ਸਤਨਾਮ। ਵਾਹਿਗੁਰੂ ਸਾਹਿਬ ਜੀ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਜਰੈ, ਨਾਨਕ ਹਰ ਗੁਣ ਗਾਓ। ਬਹੁ ਸਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸੁਖਾਓ ਟਲ ਗੁਰ ਸੇਵੀਐ, ਅਹਨਿ ਸਹਿਜ ਦਰਸ਼ਨ ਪਰਸੈ। ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ। ਪੂਰੇ ਅਰਸੋਂ ਕੁਰਸੋਂ ਚਟੀ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਸੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ। ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹ ਮਿਲੈ ਸਜਾਏ। ਸੰਸਰ ਦਾਨ ਦੇ ਇੰਦਰ ਰਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀ ਅੰਮ੍ਰਿਤ ਵੇਲੇ ਦਾ ਸਮਾਂ ਬਖਸ਼ਿਸ਼ ਕਰਦਿਆਂ ਹੋਇਆਂ ਇਹ ਸਤ ਸੰਗਤ ਦੀਆਂ ਘੜੀਆਂ ਮਹਾਰਾਜ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀਆਂ। ਵਡਭਾਗੀ ਗੁਰਮੁਖ ਜਾਣ ਸਤਿਗੁਰਾਂ ਦੀ ਬਾਣੀ ਸਰਵਣ ਕਰਨ ਵਾਸਤੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀ ਸ਼ੋਭਾ ਆਪ ਸੰਗਤਾਂ ਵਧਾ ਰਹੇ ਹੋ। ਦਰਬਾਰ ਦੀ ਹਾਜ਼ਰੀ ਭਰ ਕਰਕੇ ਇਸ ਵੇਲੇ ਸਤਿਗੁਰੂ ਜੀ ਸਾਨੂੰ ਲੜੀਵਾਰ ਗੁਰਬਾਣੀ ਦੀ ਕਥਾ ਦੇ ਨਾਲ ਨਿਹਾਲ ਕਰ ਰਹੇ ਨੇ। ਕੁਝ ਸਮੇਂ ਲਈ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਾਣੀ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ
ਪਾਵਨ ਪਵਿੱਤਰ ਉਪਦੇਸ਼ ਰਾਮਕਲੀ ਰਾਗ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਇਹ ਸ਼ਬਦ ਹੈ। ਰਾਮਕਲੀ ਰਾਗ ਦੇ ਅੰਦਰ 953 ਅੰਗ ਦੇ ਉੱਪਰ ਮਹਾਰਾਜ ਜੀਆਂ ਨੇ ਇਹ ਸ਼ਬਦ ਬਖਸ਼ਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਸ ਵੇਲੇ ਲਾਹੌਰ ਸ਼ਹਿਰ ਵਿੱਚ ਮਹਾਰਾਜ ਜੀਆਂ ਨੇ ਚਰਨ ਪਾਏ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਲਾਹੌਰ ਤੋਂ ਹੋ ਕੇ ਸੱਤ ਘਰੇ ਦਾ ਜੋ ਬਾਜ਼ਾਰ ਹੈ, ਮਹਾਰਾਜ ਜੀ ਉੱਥੋਂ ਜਦੋਂ ਲੰਘਦੇ ਪਏ ਤੇ ਇੱਕ ਦੁਕਾਨ ਦੇ ਉੱਪਰ ਇੱਕ ਸ਼ਾਹੂਕਾਰ ਬੈਠਾ ਹੋਇਆ। ਬੜੇ ਸੋਹਣੇ ਇਸ ਨੇ ਵਸਤਰ ਪਾਏ ਹੋਏ ਅਤੇ ਇਸੇ ਤਰ੍ਹਾਂ ਬੜੀਆਂ ਸੁੰਦਰ ਸੇਜਾਂ ਇਸ ਨੇ ਵਿਛਾਈਆਂ ਹੋਈਆਂ। ਨੌਕਰ ਚਾਕਰ ਜਿਹੜੇ ਨੇ ਸੋ ਉਹ ਇਸ ਦੀ ਸੇਵਾ ਦੇ ਵਿੱਚ ਲੱਗੇ ਹੋਏ। ਭਾਈ ਮਰਦਾਨਾ ਜੀ ਨੇ ਉਸ ਵੇਲੇ ਵੇਖ ਕੇ ਆਖਿਆ, ਕਹਿਣ ਲੱਗੇ ਮਹਾਰਾਜ ਸਾਹਿਬ ਜੀ, ਇਹ ਜੋ ਸ਼ਾਹੂਕਾਰ ਹੈ ਇਹ ਬੜਾ ਖੁਸ਼ ਹੈ, ਬੜਾ ਪ੍ਰਸੰਨ ਹੈ। ਸੋ ਇਸ ਨੇ ਪਿਛਲੇ ਜਨਮਾਂ ਦੇ ਵਿੱਚ ਕੋਈ ਚੰਗੇ ਕਰਮ ਕੀਤੇ ਨੇ, ਜਿਨ੍ਹਾਂ ਕਰਮਾਂ ਦਾ ਇਸ ਨੂੰ ਇਹ ਫਲ ਮਿਲਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਇਸ ਸੰਸਾਰ ਦੇ ਵਿੱਚ ਕੇਵਲ ਗਿਆਨਵਾਨ ਹੀ ਸੁਖੀ ਹੋ ਸਕਦਾ ਹੈ। ਜਿਵੇਂ ਸੂਰਜ ਤੋਂ ਬਿਨਾਂ ਦਿਨ ਨਹੀਂ ਚੜ੍ਹਦਾ ਹੈ, ਸੂਰਜ ਹੋਵੇਗਾ ਤੇ ਦਿਨ ਤਾਂ ਚੜ੍ਹਦਾ ਹੈ। ਇਸੇ ਤਰ੍ਹਾਂ ਭਾਈ ਮਰਦਾਨਾ ਜੀ, ਜਿੰਨਾ ਚਿਰ ਗਿਆਨ ਨਹੀਂ ਉਹਨਾਂ ਚਿਰ ਸੁੱਖ ਨਹੀਂ ਹੁੰਦਾ ਹੈ। ਤੇ ਗਿਆਨ ਪ੍ਰਾਪਤ ਤਾਂ ਹੁੰਦਾ ਜੇ ਨਾਮ ਦੀ ਕਮਾਈ ਹੋਵੇ, ਤਾਂ ਇਹ ਹਿਰਦੇ ਅੰਦਰ ਗਿਆਨ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਸ਼ਾਹੂਕਾਰ ਵੱਲ ਵੇਖ ਕੇ ਨਹੀਂ ਲੱਗਦਾ ਵੀ ਇਹ ਸੁਖੀ ਨਹੀਂ ਹੋਵੇਗਾ। ਸੁੱਖ ਤੇ ਬਹੁਤੇ ਇਸ ਦੇ ਕੋਲ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਸੁਣ ਕੇ ਭਾਈ ਮਰਦਾਨਾ ਜੀ ਦਾ ਬਚਨ ਕਹਿਣ ਲੱਗੇ, ਫਿਰ ਭਾਈ ਮਰਦਾਨਾ ਜੀ ਜਾ ਕੇ ਪੁੱਛੋ ਸ਼ਾਹੂਕਾਰ ਦੇ ਕੋਲੋਂ, ਇਹ ਤੁਹਾਨੂੰ ਆਪਣੀ ਹੱਡ ਬੀਤੀ ਆਪ ਸੁਣਾਵੇਗਾ। ਭਾਈ ਮਰਦਾਨਾ ਜੀ ਨੇ ਜਾ ਕੇ ਉਸ ਵੇਲੇ ਸ਼ਾਹੂਕਾਰ ਨੂੰ ਪੁੱਛਿਆ, ਕਹਿਣ ਲੱਗੇ, ਸ਼ਾਹੂਕਾਰ ਜੀ, ਤੁਸੀਂ ਕਿਹੜਾ ਇਹੋ ਜਿਹਾ ਪੁੰਨ ਕੀਤਾ ਹੈ, ਇਹੋ ਜਿਹਾ ਦਾਨ ਕੀਤਾ, ਭਲੇ ਦਾ ਕਰਮ ਕੀਤਾ ਹੈ, ਜਿਹੜਾ ਇੰਨਾ ਭਾਰੀ ਸੁੱਖ ਲੈਂਦੇ ਪਏ ਹੋ। ਜਦੋਂ ਭਾਈ ਮਰਦਾਨਾ ਜੀ ਨੇ ਬਚਨ ਪੁੱਛਿਆ, ਉਸ ਵੇਲੇ ਭਾਈ ਮਰਦਾਨਾ ਜੀ ਨੂੰ ਸ਼ਾਹੂਕਾਰ ਨੇ ਵੇਖਿਆ ਵੀ ਇਹ ਕੋਈ ਸੰਤ ਹੈ, ਕੋਈ ਫਕੀਰ ਹੈ, ਰੱਬ ਦਾ ਪਿਆਰਾ ਹੈ। ਤੇ ਉਹ ਸ਼ਾਹੂਕਾਰ ਕਹਿਣ ਲੱਗਾ, ਨਹੀਂ ਫਕੀਰ ਜੀ, ਮੇਰੇ ਵਰਗਾ ਕੋਈ ਦੁਖੀ ਨਹੀਂ ਹੈ ਦੁਨੀਆ ਦੇ ਵਿੱਚ। ਭਾਈ ਮਰਦਾਨਾ ਜੀ ਉਸ ਵੇਲੇ ਵੇਖ ਕੇ ਬੜੇ ਹੈਰਾਨ ਹੋਏ। ਲੱਖ ਦਰਵੇਸ਼ ਬੇਸ ਮਨ ਮਾਹੀ। ਭਾਈ ਸੰਤੋਖ ਸਿੰਘ ਜੀਆਂ ਨੇ ਬਚਨ ਲਿਖੇ ਇਤਿਹਾਸ ਦੇ ਵਿੱਚ, ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਸਾਧੂਆਂ ਵਾਲੇ ਭੇਸ ਦੇ ਵਿੱਚ ਜਾਣ ਕੇ ਉਹ ਜਿਹੜਾ ਸ਼ਾਹੂਕਾਰ ਸੀ ਨਾ, ਲੱਖ ਦਰਵੇਸ਼ ਬੇਸ ਮਨ ਮਾਹੀ ਵੇਖਿਆ, ਆਪਣੇ ਮਨ ਵਿੱਚ ਜਾਣਿਆ ਵੀ ਇਹ ਕੋਈ ਸਾਧੂ ਹੈ, ਦਰਵੇਸ਼ ਹੈ। ਬੋਲਿਓ ਸ਼ਾਹ ਅਦਕ ਦੁੱਖ ਜਾਹੀ। ਜਿਹਨੂੰ ਬੜਾ ਦੁੱਖ ਸੀ ਨਾ ਸ਼ਾਹੂਕਾਰ ਨੂੰ, ਉਹ ਬੋਲਿਆ, ਕਹਿਣ ਲੱਗਾ, ਭਾਈ ਮਰਦਾਨਾ ਜੀ ਸੁਣੋ, ਤੁਸੀਂ ਆਖਦੇ ਹੋ ਮੈਂ ਸੁਖੀ ਬੜਾ, ਪਰ ਮੈਂ ਦੁਖੀ ਬਹੁਤ ਹਾਂ। ਸਰਬ ਜਗਤ ਮੈਂ ਮੋਹੇ ਸਮਾਨਾ। ਇਹ ਸ਼ਾਹੂਕਾਰ ਕਹਿਣ ਲੱਗਾ ਵੀ ਸਾਰੀ ਦੁਨੀਆ ਵਿੱਚ ਮੇਰੇ ਵਰਗਾ ਕੋਈ ਬੰਦਾ ਜਿਹੜਾ ਹੈ ਔਰ ਨਾ ਕੋ ਦੁਖੀ ਮਹਾਨਾ। ਮੈਂ ਇਹ ਗੱਲ ਬੜੀ ਗਰੰਟੀ ਦੇ ਨਾਲ ਕਹਿ ਸਕਦਾ ਹਾਂ ਕਿ ਦੁਨੀਆ ਤੇ ਬੜੀ ਬਣਾਈ ਹੈ ਪਰਮਾਤਮਾ ਨੇ, ਪਰ ਮੇਰੇ ਵਰਗਾ ਦੁਖੀ ਕੋਈ ਨਹੀਂ ਹੋਵੇਗਾ। ਸਾਰੀ ਦੁਨੀਆ ਵਿੱਚ ਮੈਂ ਸਭ ਤੋਂ ਜ਼ਿਆਦਾ ਦੁਖੀ ਹਾਂ। ਭਾਈ ਮਰਦਾਨਾ ਜੀ ਸੁਣ ਕੇ ਹੈਰਾਨ ਹੋਏ। ਗੁਹਜ ਬਹੁਤ ਸੋ ਕਹਾ ਨਾ ਜਾਈ। ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਐ ਸ਼ਾਹੂਕਾਰ ਦੱਸ ਕੀ ਬਿਪਤਾ ਦੁੱਖ ਹੈ। ਤੇ ਸ਼ਾਹੂਕਾਰ ਕਹਿਣ ਲੱਗਾ ਭਾਈ ਮਰਦਾਨਾ ਜੀ ਨੂੰ ਵੀ ਉਹ ਗੱਲ ਬੜੀ ਗੁਪਤ ਹੈ, ਮੈਂ ਕਹਿ ਨਹੀਂ ਸਕਦਾ, ਆਪਣੇ ਮੂੰਹੋਂ ਦੱਸ ਹੀ ਨਹੀਂ ਸਕਦਾ। ਗੱਲ ਵੀ ਇਹੋ ਜਿਹੀ ਹੈ ਬੜੀ ਦੁੱਖ ਵਾਲੀ ਹੈ, ਪਰ ਹੈ ਵੀ ਬਹੁਤੀ ਗੁਪਤ ਹੈ। ਕੈਸੇ ਤੁਮ ਢਿਗ ਦਿਓ ਬਤਾਈ। ਮੈਂ ਉਹ ਗੱਲ ਕਿਵੇਂ ਕਵਾਂ ਤੇਰੇ ਕੋਲ, ਦੱਸ, ਜਿਹੜੀ ਗੱਲ ਹੈ ਹੀ ਗੁਪਤ ਹੈ। ਉਸ ਵੇਲੇ ਭਾਈ ਮਰਦਾਨਾ ਜੀ ਨੇ ਵੇਖਿਆ ਵੀ ਇਹ ਮੈਨੂੰ ਗੱਲ ਦੱਸਣ ਤੋਂ ਸੰਕੋਚ ਕਰਦਾ ਹੈ। ਭਾਈ ਮਰਦਾਨਾ ਜੀ ਨੇ ਫਿਰ ਬਚਨ ਕੀਤੇ, ਕਹਿ ਮਰਦਾਨਾ ਸੰਤ ਮਹਾਨੇ
ਭਾਈ ਮਰਦਾਨਾ ਜੀ ਕਹਿਣ ਲੱਗੇ ਸ਼ਾਹੂਕਾਰ ਉਹ ਸਾਹਮਣੇ ਜਿਹੜੇ ਸੰਤ ਬੈਠੇ ਨਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਇਹ ਬੜੇ ਮਹਾਨ ਸੰਤ ਹਨ, ਬੜੇ ਪੂਜੇ ਹੋਏ ਸਾਧੂ ਹਨ। ਇਨ ਆਗੇ ਕਹੋ ਹੋਏ ਦੁੱਖ ਹਨ। ਭਾਈ ਮਰਦਾਨਾ ਜੀ ਕਹਿੰਦੇ ਇਹਨਾਂ ਅੱਗੇ ਜਾ ਕੇ ਕਹੋ ਆਪਣਾ ਦੁੱਖ ਜਿਹੜਾ ਤੁਸੀਂ ਕਹਿੰਦੇ ਹੋ ਨਾ ਦੱਸ ਹੀ ਨਹੀਂ ਸਕਦਾ, ਉਹ ਦੱਸੋ ਜਾ ਕੇ ਇਹਨਾਂ ਨੂੰ। ਇਹ ਬੜੇ ਮਹਾਨ ਸੰਤ ਪਹੁੰਚੇ ਹੋਏ ਨੇ, ਜਦੋਂ ਤੁਸੀਂ ਆਪਣਾ ਦੁੱਖ ਦੱਸੋਗੇ ਉਹ ਤੁਹਾਡੇ ਦੁੱਖ ਦਾ ਨਿਪਟਾਰਾ ਜ਼ਰੂਰ ਕਰ ਦੇਣਗੇ, ਦੁੱਖ ਦੂਰ ਕਰ ਦੇਣਗੇ। ਉਸ ਵੇਲੇ ਭਾਈ ਮਰਦਾਨਾ ਜੀ ਦਾ ਬਚਨ ਸੁਣ ਕੇ ਜਿਹੜਾ ਸ਼ਾਹੂਕਾਰ ਹੈ, ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੈਠੇ ਹੋਏ, ਉੱਥੇ ਮਹਾਰਾਜ ਜੀ ਦੇ ਕੋਲ ਆ ਗਿਆ। ਭਾਈ ਮਰਦਾਨਾ ਜੀ ਨੇ ਦੱਸਿਆ ਮਹਾਰਾਜ ਇਹ ਬਹੁਤ ਭਾਰੀ ਦੁਖੀ ਹੈ। ਸਤਿਗੁਰਾਂ ਨੇ ਦੁੱਖ ਦਾ ਕਾਰਨ ਪੁੱਛਿਆ ਤੇ ਉਸ ਵੇਲੇ ਸ਼ਾਹੂਕਾਰ ਕਹਿਣ ਲੱਗਾ ਮਹਾਰਾਜ ਦੁੱਖ ਇਹ ਹੈ ਕਿ ਮੈਂ ਜਿਹੜੀ ਹੈ ਇੱਕ ਨਵੀਂ ਆਪਣੀ ਇਸਤਰੀ ਜਿਹੜੀ ਹੈ ਉਹ ਵਿਆਹ ਕੇ ਲਿਆਇਆ ਸੀ। ਕੁਝ ਸਮਾਂ ਪਹਿਲਾਂ ਮੈਂ ਇੱਕ ਇਸਤਰੀ ਵਿਆਹ ਕੇ ਲਿਆਂਦੀ, ਨਵਾਂ ਵਿਆਹ ਹੋਇਆ ਹੈ। ਦੇਵ ਨੇ ਤਾਂ ਇਹੋ ਜਿਹੀ ਵਰਤੀ ਹੈ ਕਿ ਉਹਨੂੰ ਕੋਈ ਸਰੀਰ ਕਰਕੇ ਬਿਮਾਰੀ ਲੱਗ ਗਈ। ਮੈਂ ਦਵਾ ਦਾਰੂ ਬੜੇ ਕੀਤੇ, ਵੈਦ ਹਕੀਮ ਬੜੇ ਬੁਲਾਏ, ਪਰ ਸਾਰੀਆਂ ਦਵਾ ਦਾਰੂ ਕਰਨ ਤੋਂ ਉਪਰੰਤ ਵੀ ਕੋਈ ਦਵਾਈ ਨੇ ਅਸਰ ਨਹੀਂ ਕੀਤਾ ਹੈ। ਉਹ ਮੇਰੀ ਘਰਵਾਲੀ ਦਿਨੋਂ ਦਿਨ ਕਮਜ਼ੋਰ ਹੁੰਦੀ ਗਈ, ਮੌਤ ਦੇ ਮੂੰਹ ਨੂੰ ਤੁਰੀ ਜਾਂਦੀ ਹੈ। ਇੱਕ ਦਿਨ ਮੈਂ ਆਪਣੀ ਇਸਤਰੀ ਦੇ ਕੋਲ ਬੈਠ ਕੇ ਬਚਨ ਕੀਤਾ ਕਿ ਜੇ ਤੂੰ ਸੰਸਾਰ ਤੋਂ ਮਰ ਕੇ ਚਲੇ ਗਈ ਤੇ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ, ਕਿਉਂਕਿ ਮੇਰਾ ਤੇਰੇ ਨਾਲ ਬੜਾ ਭਾਰੀ ਮੋਹ ਹੈ। ਜਦੋਂ ਮੈਂ ਇਹ ਬਚਨ ਕੀਤੇ ਉਸ ਵੇਲੇ ਅੱਗੋਂ ਮੇਰੀ ਘਰਵਾਲੀ ਨੇ ਮੈਨੂੰ ਇਹ ਜਵਾਬ ਦਿੱਤਾ, ਹਿਤ ਮੇਰੇ ਕਿਉਂ ਰੋਦਨ ਠਾਨੋ। ਉਹ ਘਰਵਾਲੀ ਇਸਤਰੀ ਜਿਹੜੀ ਬਿਮਾਰ ਪਈ ਹੈ ਨਾ, ਥੋੜ੍ਹੇ ਸਮੇਂ ਬਾਅਦ ਇਸ ਤਰ੍ਹਾਂ ਲੱਗਦਾ ਵੀ ਇਸਨੇ ਮਰ ਜਾਣਾ। ਉਹ ਬੋਲੀ ਸ਼ਾਹੂਕਾਰ ਨੂੰ ਵੇਖ ਕੇ ਕਹਿਣ ਲੱਗੀ ਸ਼ਾਹੂਕਾਰਾ ਵੀ ਤੂੰ ਰੋਂਦਾ ਕਿਉਂ ਹੈ ਮੇਰੇ ਕੋਲ ਆ ਕੇ। ਨਿਜ ਕੋ ਬੜ ਧਨਵੰਤ ਪਛਾਨੋ, ਤੂੰ ਬੜਾ ਧਨ ਵਾਲਾ ਅਮੀਰ ਆਦਮੀ ਹੈ, ਤੇਰੇ ਕੋਲ ਕਈ ਦੁਕਾਨਾਂ ਨੇ, ਕਈ ਤੇਰੇ ਕੋਲ ਜਗੀਰਾਂ ਨੇ, ਤੂੰ ਬਹੁਤਾ ਮਾਇਆ ਧਾਰੀ ਬੰਦਾ ਹੈ, ਤੈਨੂੰ ਮਾਇਆ ਦੀ ਕੋਈ ਕਮੀ ਨਹੀਂ ਹੈ। ਮੈਂ ਮਰਹੋਂ ਕਰ ਵਿਆਹ ਬਹੋਰੀ, ਮੈਂ ਮਰ ਜਾਣਾ ਤੇ ਮੁੜ ਕੇ ਤੂੰ ਦੂਜਾ ਵਿਆਹ ਕਰਵਾ ਲੈਣਾ ਹੈ, ਤੈਨੂੰ ਕੋਈ ਘਾਟ ਥੋੜ੍ਹੀ ਹੈ ਕਿਸੇ ਚੀਜ਼ ਦੀ, ਨਾ ਕਿਸੇ ਰਿਜ਼ਕ ਦੀ, ਨਾ ਪਦਾਰਥ ਦੀ। ਅੱਜ ਮੇਰੇ ਕੋਲ ਆ ਕੇ ਰੋਂਦਾ ਪਿਆ ਹੈ ਵੀ ਤੂੰ ਮਰ ਚੱਲੀ ਹੈ ਤੇ ਮੈਂ ਤੇਰੇ ਬਿਨਾਂ ਕਿਵੇਂ ਰਵਾਂਗਾ। ਇਹ ਤੇ ਕੇਵਲ ਕਹਿਣ ਦੀਆਂ ਹੀ ਗੱਲਾਂ ਨੇ, ਪਰ ਅਸਲ ਵਿੱਚ ਜਦੋਂ ਮੈਂ ਮਰ ਗਈ ਤੂੰ ਉਸੇ ਵੇਲੇ ਦੂਜਾ ਵਿਆਹ ਕਰਵਾ ਲੈਣਾ ਹੈ। ਭੋਗੋ ਆਨ ਅੰਗਨਾ ਔਰੀ, ਤੂੰ ਹੋਰ ਇਸਤਰੀ ਲਿਆਵੇਂਗਾ, ਫਿਰ ਤੇਰਾ ਉਹਦੇ ਨਾਲ ਮੋਹ ਪੈ ਜਾਵੇਗਾ, ਫਿਰ ਤੂੰ ਮੈਨੂੰ ਕਿੱਥੇ ਯਾਦ ਕਰਨਾ ਹੈ। ਇਹ ਤੇ ਕੇਵਲ ਐਵੇਂ ਤੂੰ ਮੈਨੂੰ ਦਿਲਾਸਾ ਦੇਣ ਵਾਸਤੇ ਐਸੀਆਂ ਗੱਲਾਂ ਕਰਦਾ ਪਿਆ। ਤੂੰ ਧੰਨਵਾਨ ਹੈ, ਤੈਨੂੰ ਇਹਨਾਂ ਚੀਜ਼ਾਂ ਦੀ ਕੋਈ ਘਾਟ ਨਹੀਂ ਹੈ। ਜਦੋਂ ਇਹ ਬਚਨ ਮੇਰੀ ਇਸਤਰੀ ਨੇ ਮੈਨੂੰ ਕੀਤੇ ਤੇ ਉਹ ਬਚਨ ਮੇਰੇ ਮਨ ਵਿੱਚ ਬੜੇ ਲੱਗੇ, ਬੜੇ ਦੁੱਖ ਉਹਨਾਂ ਬਚਨਾਂ ਦੇ ਨਾਲ ਮੈਨੂੰ ਹੋਇਆ ਕਿ ਮੈਂ ਇਹਦੇ ਨਾਲ ਇੰਨਾ ਮੋਹ ਕਰਦਾ ਹਾਂ ਤੇ ਇਹਨੇ ਮੈਨੂੰ ਐਸਾ ਅੱਗੋਂ ਜਵਾਬ ਦੇ ਦਿੱਤਾ ਹੈ। ਸੋ ਬਿਲਾਸ ਬਿਲਾਸਨ ਹੋਇਆ ਅਹਿਲਾਦੂ, ਮੁਝੇ ਬਸਾਰੇ ਕਰੇ ਨਾ ਯਾਦੂ। ਘਰਵਾਲੀ ਕਹਿਣ ਲੱਗੀ ਜਦੋਂ ਨਵੀਂ ਇਸਤਰੀ ਹੋਰ ਵਿਆਹ ਕੇ ਲਿਆਵੇਂਗਾ, ਬੱਚੇ ਪੈਦਾ ਹੋ ਜਾਣਗੇ, ਫਿਰ ਤੂੰ ਮੈਨੂੰ ਕਿੱਥੇ ਯਾਦ ਕਰਨਾ ਹੈ। ਤੂੰ ਤੇ ਆਪਣੇ ਘਰ ਦਿਆਂ ਕੰਮਾਂ ਵਿੱਚ ਜਾਂ ਸੰਸਾਰ ਦੀ ਰੋਹ ਰੀਤੀ ਵਿੱਚ ਤੂੰ ਖਚਤ ਹੋ ਜਾਣਾ ਹੈ, ਤੂੰ ਮੈਨੂੰ ਯਾਦ ਕਿਉਂ ਕਰੇਂਗਾ। ਮੈਂ ਭਾਖਿਓ ਸੁਣੀਏ ਪ੍ਰੇਮ ਮੋਰੀ, ਤੁਝ ਬਿਨ ਮੋਹੇ ਨਾ ਭਾਵੈ ਔਰੀ। ਸ਼ਾਹੂਕਾਰ ਕਹਿਣ ਲੱਗਾ ਮੈਂ ਆਖਿਆ ਵੀ ਨਹੀਂ, ਜਿਹੜਾ ਤੇਰੇ ਨਾਲ ਮੇਰਾ ਮਨ ਬਣਿਆ ਹੈ, ਤੇਰੇ ਨਾਲ ਪ੍ਰੇਮ ਬਣਿਆ, ਕਿਸੇ ਨਾਲ ਬਣ ਨਹੀਂ ਸਕਦਾ ਹੈ। ਤੂੰ ਜੀਵੈ ਤੇ ਕਰੋ ਬਿਲਾਸਾ, ਨਤ ਮੈਂ ਤਜੋ ਜੀਵਨ ਕੀ ਆਸਾ। ਸ਼ਾਹੂਕਾਰ ਕਹਿੰਦਾ ਵੀ ਜੇ ਤਾਂ ਤੂੰ ਜਿਉਂਦੀ ਰਵੇਂ ਤੇ ਮੇਰਾ ਵੀ ਜਿਉਣਾ ਠੀਕ ਹੈ, ਜੇ ਤੂੰ ਮਰ ਗਈ ਤੇ ਮੈਂ ਵੀ ਆਪਣੇ ਜੀਵਨ ਦੀ ਆਸਾ ਜਿਹੜੀ ਹੈ ਉਹ ਤਿਆਗ ਦੇਣੀ ਹੈ। ਸੋ ਜਿਸ ਵੇਲੇ ਇਹ ਬਚਨ ਕਹਿਣ ਲੱਗਾ ਮੈਂ ਕੀਤੇ ਤੇ ਉਸਨੇ ਫਿਰ ਮੈਨੂੰ ਹਾਸੀ ਨਾਲ ਮਖੌਲ ਕੀਤਾ ਵੀ ਨਹੀਂ, ਇਹ ਤੇ ਗੱਲਾਂ ਕੇਵਲ ਕਹਿਣ ਦੀਆਂ ਬਣੀਆਂ ਹੋਈਆਂ, ਇਸ ਤਰ੍ਹਾਂ ਕੁਝ ਨਹੀਂ ਹੈ। ਉਸ ਵੇਲੇ ਆਪਣੀ ਇਸਤਰੀ ਨੂੰ ਯਕੀਨ ਦਿਵਾਉਣ ਵਾਸਤੇ ਮੈਂ ਆਖਿਆ ਜੇ ਤੇਰੇ ਮਨ ਵਿੱਚ ਐਸੀ ਵਿਚਾਰ ਹੈ ਕਿ ਮੈਂ ਹੋਰ ਵਿਆਹ ਕਰਵਾ ਕੇ ਅੱਗੇ ਸੰਤਾਨ ਪੈਦਾ ਕਰਾਂਗਾ, ਤੇ ਮੈਂ ਯਕੀਨ ਦਿਵਾਉਣ ਵਾਸਤੇ ਆਪਣੇ ਅੰਗ ਜਿਹੜੇ ਕੱਟ ਕੇ ਸੁੱਟ ਦਿੱਤੇ। ਤੇ ਕਹਿਣ ਲੱਗਾ ਸਮਾਂ ਐਸਾ ਲੰਘਿਆ ਕਿ ਹੌਲੀ ਹੌਲੀ ਉਹ ਘਰਵਾਲੀ ਮੇਰੀ ਠੀਕ ਹੋ ਗਈ, ਦਵਾ ਦਾਰੂ ਜਿਹੜੇ ਲੱਗਣੇ ਸ਼ੁਰੂ ਹੋ ਗਏ ਤੇ ਬਿਲਕੁਲ ਤੰਦਰੁਸਤ ਹੋ ਗਈ, ਬਿਮਾਰੀਆਂ ਸਾਰੀਆਂ ਦੂਰ ਹੋ ਗਈਆਂ। ਤੇ ਫਿਰ ਉਸ ਦੇ ਮਨ ਦੀ ਜਿਹੜੀ ਬਿਰਤੀ ਹੈ ਉਸ ਨੂੰ ਮੈਂ ਪੂਰਾ ਨਹੀਂ ਕਰ ਸਕਿਆ ਹਾਂ। ਇਸ ਵੇਲੇ ਮੇਰੇ ਸਾਹਮਣੇ ਹੀ ਉਹ ਮਾੜੇ ਕਰਮ ਜਿਹੜੇ ਹੈ ਉਹ ਕਰਦੀ ਹੈ ਤੇ ਮਹਾਰਾਜ ਮੈਂ ਵੇਖ ਕੇ ਬੜਾ ਦੁਖੀ ਹੁੰਦਾ ਹਾਂ। ਉਸ ਵੇਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ ਸ਼ਾਹੂਕਾਰ ਤੂੰ ਤੇ ਇੱਕ ਆਮ ਆਦਮੀ ਹੈ,
एक शाहूकार है, तू आखदा मैं बड़ा भारी दुखी हाँ, मैं रोंदा हाँ। इस दुनिया में बड़े बड़े वड्डे राजे महाराजे जिहड़े होए वो भी दुनिया में रोंदे वेखे गए। नानक दुखिया सब संसार ही सारी दुखी दुनिया है, कोई ये विच सुखी नहीं है। उस वेले शाहूकार कहन लगा महाराज फिर ये सुख ते दुख किवें प्राप्त होंदा। महाराज कहन लगे पुन्ना करके सुख आउंदा ते पाप करके दुख आउंदा है। असीं इहदे बाबत फिर तैनूं बचन बख्शिश करदे हां। सतगुरु फिर ये शब्द बख्शदे हन। सरदान दे इंद्र रोया। गुरमुखो इंद्र दी पदवी पाउण वास्ते विद्वानां दा कथन है भी 100 जिहड़ा है अश्वमेध जग करना पैंदा है। इंद्र दी पदवी एवें नहीं मिल जाती है। इंद्र दी पदवी ते पहुँचण वास्ते उसकी कुर्सी ते बैठण वास्ते स्वर्गां दा राजा बनन वास्ते 100 अश्वमेध जग करने पैंदे। विद्वानां दा कथन है कि जिस वेले घोड़े नूं मार के उहदा कलेजा कढ़ के अग दे विच आहूति दे रूप दे विच सुटिया जांदा है, नाल मंत्र पढ़े जांदे ਅਤੇ इस तरह वड्डा भारी जग कई लखां माया खर्च के उन्हां समयां दे विच फिर ये एक जग हुंदा है। पर जग शुरू करन तो पहलां राजे नूं अपना एक घोड़ा छड्डना पैंदा है, जिहड़ा घोड़ा सारी धरती ते फिर के आवे, जिहदे घोड़े नूं कोई फड़े ना। जिस राजे ने मान लो सारी दुनिया जित्ती होवे, धरती जित्ती होवे, उस राजे नूं हक है ये घोड़ा छड्डण दा। जदों उहदा घोड़ा कोई नहीं ना फड़ेगा फिर वो राजा जिहड़ा है अश्वमेध जग कर सकदा, हारी सारी राजा नहीं कर सकता है। भगवान राम जी ने भी घोड़ा छड्डिया सी ना जग करन वास्ते। ते जिस वेले वो घोड़ा दौड़दा दौड़दा अयोध्या तो चलिया ते पंजाब की धरती ते आया, इत्थे लव ते कुछ नाम के जिहड़े बच्चे सन उन्होंने घोड़ा आउंदा वेख्या, उहदे ते लिखिया होया सी भी ये फलाने राजे का घोड़ा है, उसने धरती नूं सर कीता है। तो इन्हां दोनों बच्चों ने घोड़ा फड़ के आख्या किहड़ा राम है जिहड़ा साडे हुंदियां घोड़ा छड्डे, लियाओ उहनूं सामने असीं उहदे नाल जंग करांगे। उस वेले इन्हां दोनों भरावां ने जंग करके राम दे समेत सारी फौज नूं मूर्छित कर दिता सीगा। फिर सीता ने सारियां नूं उठाया अपने सत दे नाल। भाव यह है भी अश्वमेध जग हरेक बंदा नहीं कर सकता है, वो करेगा जिन्हें पहला पूरी दुनिया जित्ती है। फिर एक जग करेगा अश्वमेध, घोड़े का कलेजा कढ़ के जिहड़ी अग्नि कुंड विच अग बलदी है उहदे विच आहूति दे रूप दे विच पाउणा, नाल मंत्रां दा जाप करना, जग करना। इस तरह का एक जग कीता, फिर दूजा जग कीता। इस तरह करदियां करदियां 101 जग करना पवेगा। फिर जाके वो इंद्र पदवी ते प्राप्त हुंदा है। इन्ने जग करके, इन्ने तप करके, इन्ना दान करके इंद्र की पदवी तो मिली है, पर उत्थे बैठ के भी मन निर्मल नहीं हुंदा है, उत्थे बैठ के भी मन में विकार आउंदे। विद्वानां दा कथन है सहंसर दान दे इंद्र रवाया। इंद्र नाम का जिहड़ा राजा है सो उहदे मन दे विच एक मलीन भावना आई है। इत्थों एक सानू सिक्ख्या होर भी मिलती है कि मलीन भावना इंद्र राजे दे मन में भावें आई है, पर इंद्र दियाँ 60 अपछरा ने। ग्रंथां विच लिखिया भी 60 राणियां ने इंद्र दियां। उन्हां 60 राणियां दे होण दे बावजूद भी इहदा मन मैला है, अजे भी होर चाहुंदा है वकार भोगण वास्ते। एक बारी इंद्र ने सूरज नूं पुछया, कहण लगा मात लोक विच सब तो सोहना कौन है। उस वेले सूरज जान गया भी ये कोई ना कोई माड़ा काम ही करना चाहुंदा है, मैं क्यों पाप दा भागी बना। उन्हें बहाना ला दिता, कहण लगा जी मेरी तो धुप बड़ी तेज है, मेरी तपश बड़ी ज़्यादा है, मैनू लोग वेख के अंदर वड़ जाते, मैनू नहीं पता भी सोहना कौन है। ये चंद्रमा ही दस सकता है। उस वेले चंद्रमा नूं पुछया इंद्र राजे ने भी सोहना कौन है, तो उसने आख्या भी गौतम नाम का एक ऋषि है, उसकी एक स्त्री है, नाम है उसका अहल्या, वो बड़ी भारी सुंदर है। गुरमुखो ग्रंथकारां ने लिखिया कि ये उर्वशी नाम की एक अपछरा हुई है स्वर्गां दे विच। ये उर्वशी की धी सीगी ये जिहड़ी अहल्या है, तो ये छोटी हुंदी नूं गौतम ऋषि ने अपने आश्रम दे विच रख के पालिया सीगा। जदों ये लड़की जवान हो गई, बाकी ऋषियां ने मिल के आख्या, कहण लगे गौतम जी तुसीं इस नूं पालिया है ते तुसीं इस नूं अपने कोल ही रख लो, तुसीं इहदे नाल विआह करवा लो। बाकी ऋषियां दे कहण करके उस वेले
ਇਸ ਅਹਲਿਆ ਦੇ ਨਾਲ ਗੌਤਮ ਰਿਖੀ ਨੇ ਆਪਣਾ ਵਿਆਹ ਜਿਹੜਾ ਸੀ ਉਹ ਕਰਵਾ ਕੇ ਆਪਣੀ ਘਰਵਾਲੀ ਬਣਾ ਲਿਆ। ਪਰ ਕਹਿਣ ਲੱਗੇ ਅਹਲਿਆ ਦੇ ਮਨ ਵਿੱਚ ਇਹ ਵਿਚਾਰ ਸੀ ਕਿ ਮੇਰਾ ਵਿਆਹ ਕਿਸੇ ਰਾਜੇ ਦੇ ਨਾਲ ਹੋਵੇ। ਹੁਣ ਉਹਦੇ ਮਨ ਵਿੱਚ ਵੀ ਕਿਸੇ ਰਾਜੇ ਨਾਲ ਵਿਆਹ ਕਰਾਉਣ ਦੀ ਇੱਛਾ ਹੈ, ਪਰ ਰਿਖੀ ਨਾਲ ਵਿਆਹ ਹੋਇਆ। ਦੂਸਰੇ ਪਾਸੇ ਇੰਦਰ ਰਾਜਾ ਚੰਦਰਮਾ ਨੂੰ ਪੁੱਛਦਾ ਪਿਆ, ਉਹਨੇ ਆਖਿਆ ਵੀ ਅਹਲਿਆ ਨਾਮ ਦੀ ਇਸਤਰੀ ਸੁੰਦਰ ਹੈ। ਉਸ ਵੇਲੇ ਗੁਰਮੁਖੋ ਇਹ ਜਿਹੜਾ ਇੰਦਰ ਰਾਜਾ ਹੈ ਫਿਰ ਧਰਤੀ ਤੇ ਆਇਆ, ਆਪਣਾ ਭੇਸ ਬਦਲਾ ਕੇ ਗੌਤਮ ਰਿਖੀ ਦਾ ਰੂਪ ਬਣਾ ਕੇ ਦੁਨੀਆ ਤੇ ਆ ਗਿਆ। ਚੰਦਰਮਾ ਨੂੰ ਨਾਲ ਲੈ ਕੇ ਬਾਂਗ ਦਿੱਤੀ ਆ ਕੇ, ਮੁਰਗਾ ਬਣ ਕੇ, ਕੁੱਕੜ ਬਣ ਕੇ। ਰਿਖੀ ਨੇ ਜਾਣਿਆ ਵੀ ਇਸ ਵੇਲੇ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਜਦੋਂ ਆਪ ਸੰਗਤਾਂ ਹਜ਼ੂਰ ਸਾਹਿਬ ਜਾਂਦੇ ਹੋ ਨਾ ਦਰਸ਼ਨ ਕਰਨ ਵਾਸਤੇ, ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਨ ਬਣਿਆ ਜਿੱਥੇ ਆਪਾਂ ਜਾ ਕੇ ਮੱਥਾ ਟੇਕਦੇ ਹਾਂ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਲੇ ਸਨ ਬੰਦਾ ਸਿੰਘ ਬਹਾਦਰ ਨੂੰ। ਉਹਦੇ ਪੱਛਮ ਵਾਲੇ ਪਾਸੇ ਅੱਧਾ ਕੁ ਮੀਲ ਦੂਰੀ ਤੇ ਇਹ ਗੌਤਮ ਰਿਖੀ ਦਾ ਉਹ ਤਪ ਸਥਾਨ ਬਣਿਆ ਹੈ। ਅੱਜ ਵੀ ਆਪ ਸੰਗਤਾਂ ਉੱਥੇ ਦਰਸ਼ਨ ਕਰ ਸਕਦੇ ਹੋ। ਉੱਥੇ ਗੌਤਮ ਦਾ ਇਹ ਮੰਦਿਰ ਬਣਿਆ ਹੋਇਆ ਹੈ। ਜਦੋਂ ਮੁਰਗੇ ਨੇ ਆਵਾਜ਼ ਦਿੱਤੀ ਹੈ, ਅੰਮ੍ਰਿਤ ਵੇਲਾ ਜਾਣ ਕੇ ਗੋਦਾਵਰੀ ਵਿੱਚ ਇਸ਼ਨਾਨ ਕਰਨ ਵਾਸਤੇ ਚਲਾ ਗਿਆ। ਜਦੋਂ ਇਸ਼ਨਾਨ ਕਰਦਾ ਪਿਆ ਉਸ ਵੇਲੇ ਨਦੀ ਦੇ ਵਿੱਚੋਂ ਆਵਾਜ਼ ਆਈ ਕਿ ਗੌਤਮ ਰਿਖੀ ਜੀ ਅਜੇ ਅੰਮ੍ਰਿਤ ਵੇਲਾ ਹੋਇਆ ਨਹੀਂ, ਤੁਸੀਂ ਟਾਈਮ ਤੋਂ ਬਿਨਾਂ ਹੀ ਆ ਗਏ ਹੋ, ਉਹ ਸਮਾਂ ਨਹੀਂ ਹੈ ਇਸ਼ਨਾਨ ਕਰਨ ਵੇਲੇ ਦਾ, ਤੇ ਤੇਰੇ ਘਰ ਵਿੱਚ ਚੋਰ ਲੱਗੇ ਨੇ, ਜਾ ਕੇ ਆਪਣੇ ਘਰ ਨੂੰ ਪਹਿਲਾਂ ਸਾਂਭ ਲੈਣਾ ਕਰ। ਛੇਤੀ ਦੇ ਨਾਲ ਜਦੋਂ ਗੌਤਮ ਆਪਣੇ ਘਰ ਵਿੱਚ ਪਹੁੰਚਿਆ, ਇਹਦੀ ਲੜਕੀ ਪਹਿਰੇ ਤੇ ਖਲੋਤੀ ਹੋਈ ਸੀ। ਉਸ ਵੇਲੇ ਲੜਕੀ ਨੂੰ ਆ ਕੇ ਪੁੱਛਿਆ, ਕਹਿਣ ਲੱਗਾ ਵੀ ਘਰ ਕੌਣ ਆਇਆ ਹੈ। ਲੜਕੀ ਨੇ ਸੋਚਿਆ ਵੀ ਜੇ ਹੁਣ ਮੈਂ ਸੱਚ ਦੱਸ ਦਿੱਤਾ ਤੇ ਮੇਰੀ ਮਾਤਾ ਦਾ ਪਰਦਾ ਨਹੀਂ ਰਹੇਗਾ, ਜੇ ਝੂਠ ਬੋਲਾਂਗੀ ਤੇ ਉਹਦਾ ਮੈਨੂੰ ਪਾਪ ਲੱਗੇਗਾ। ਉਸ ਵੇਲੇ ਲੜਕੀ ਨੇ ਦੋਨਾਂ ਬਚਨਾਂ ਨੂੰ ਰੱਖਣ ਵਾਸਤੇ ਆਖਿਆ ਵੀ ਘਰ ਵਿੱਚ ਮੰਜਾਰ ਆਇਆ ਹੈ। ਮੰਜਾਰ ਤੋਂ ਭਾਵ ਹੈ ਬਿੱਲਾ, ਵੀ ਬਿੱਲਾ ਆਇਆ ਘਰ ਦੇ ਵਿੱਚ। ਜਦੋਂ ਇੰਦਰ ਨੇ ਇਹ ਗੱਲ ਸੁਣੀ ਹੈ ਵੀ ਬਾਹਰ ਮੇਰਾ ਨਾਂ ਲੈ ਕੇ ਮੰਜਾਰ ਕਹਿ ਦਿੱਤਾ, ਤੇ ਉਸੇ ਵੇਲੇ ਇੰਦਰ ਜਿਹੜਾ ਸੀ ਉਹ ਬਿੱਲਾ ਬਣ ਕੇ ਤੇ ਘਰ ਦੇ ਵਿੱਚੋਂ ਬਾਹਰ ਨਿਕਲਿਆ। ਹੁਣ ਗੌਤਮ ਰਿਖੀ ਨੇ ਵੇਖ ਲਿਆ ਆਪਣੀ ਸ਼ਕਤੀ ਦੇ ਨਾਲ ਵੀ ਇਹ ਤੇ ਇੰਦਰ ਰਾਜਾ ਹੈ। ਬਿੱਲੇ ਦੇ ਉੱਪਰ ਕਈ ਤਰ੍ਹਾਂ ਦੇ ਦਾਗ ਹੁੰਦੇ, ਚਿੱਟੇ ਕਾਲੇ ਜਾਂ ਚਿਤਰਾ ਮਿਤਰਾ ਜਾਂ ਬਿੱਲਾ ਹੁੰਦਾ। ਉਸ ਵੇਲੇ ਗੌਤਮ ਰਿਖੀ ਨੇ ਫਿਰ ਇਹ ਸ਼ਰਾਪ ਦੇ ਦਿੱਤਾ ਵੀ ਤੂੰ ਇਹ ਕੁਕਰਮ ਕਰਨ ਵਾਸਤੇ ਰਿਖੀਆਂ ਦਾ ਘਰ ਵੀ ਨਹੀਂ ਛੱਡਿਆ ਹੈ, ਤੂੰ ਮੇਰੇ ਘਰ ਵਿੱਚ ਹੀ ਆ ਕੇ ਮਾੜਾ ਕਰਮ ਕੀਤਾ ਹੈ। ਜਿਸ ਇੱਕ ਕਾਰਜ ਵਾਸਤੇ ਤੂੰ ਆਇਆ ਹੈ, ਤੇਰੇ ਸਰੀਰ ਦੇ ਉੱਪਰ ਹਜ਼ਾਰਾਂ ਭਗਾਂ ਹੋ ਜਾਣਗੀਆਂ, ਇਹ ਤੈਨੂੰ ਅਸੀਂ ਸ਼ਰਾਪ ਦਿੰਦੇ ਹਾਂ। ਇਸ ਤਰ੍ਹਾਂ ਗੌਤਮ ਰਿਖੀ ਨੇ ਉਹ ਜਿਹੜੇ ਬਚਨ ਕਰਕੇ ਤੇ ਇਸ ਇੰਦਰ ਨੂੰ ਸ਼ਰਾਪ ਦੇ ਦਿੱਤਾ। ਆਪਣੀ ਇਸਤਰੀ ਘਰਵਾਲੀ ਅਹਲਿਆ ਨੂੰ ਇਹ ਸ਼ਰਾਪ ਦਿੱਤਾ ਕਿ ਤੂੰ ਸਿਲਾ ਬਣ ਜਾ, ਪੱਥਰ ਬਣ ਜਾ, ਅਤੇ ਤੂੰ ਇੱਥੇ ਮੇਰੇ ਨਾਲ ਰਹਿਣ ਦੇ ਯੋਗ ਨਹੀਂ ਹੈ। ਜਦੋਂ ਇਹ ਸ਼ਰਾਪ ਦਿੱਤਾ ਉਸ ਵੇਲੇ ਅਹਲਿਆ ਨੇ ਚਰਨ ਫੜ ਲੈ ਭੱਜ ਕੇ ਗੌਤਮ ਰਿਖੀ ਦੇ, ਸ਼ਰਾਪ ਤੇ ਦੇ ਦਿੱਤਾ ਹੈ, ਪਰ ਇਸ ਦੀ ਮੁਕਤੀ ਕਦੋਂ ਹੋਵੇਗੀ ਉਹ ਕਿਰਪਾ ਕਰਕੇ ਮੈਨੂੰ ਦੱਸੋ। ਮਨ ਵਿੱਚ ਦਇਆ ਆਈ, ਆਖਿਆ, ਕਹਿਣ ਲੱਗੇ ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਆਉਣਗੇ, ਉਹਨਾਂ ਦੇ ਚਰਨ ਤੇਰੇ ਨਾਲ ਛੂਹਣਗੇ, ਫਿਰ ਤੂੰ ਇਸ ਜਿਹੜਾ ਸ਼ਰਾਪ ਹੈ ਪੱਥਰ ਜੂਨੀ ਵਿੱਚੋਂ ਮੁਕਤ ਹੋ ਜਾਵੇਗੀ। ਉਸ ਵੇਲੇ ਅਹਲਿਆ ਨੇ ਫਿਰ ਹੱਥ ਜੋੜ ਕੇ ਆਖਿਆ, ਕਹਿਣ ਲੱਗੀ ਸਵਾਮੀ ਜੀ, ਤ੍ਰੇਤਾ ਯੁੱਗ ਆਉਣ ਨੂੰ ਅਜੇ ਬੜਾ ਸਮਾਂ ਹੈ, ਪਹਿਲਾਂ ਦੁਆਪਰ ਯੁੱਗ ਆਵੇਗਾ, ਫਿਰ ਤ੍ਰੇਤਾ ਯੁੱਗ ਆਵੇਗਾ। ਇੰਨਾ ਸਮਾਂ ਪੱਥਰ ਦੀ ਜੂਨ ਵਿੱਚ ਪੈ ਰਹਿਣਾ, ਮੇਰਾ ਭਲਾ ਕਰੋ, ਇੰਨਾ ਸਮਾਂ ਨਾ ਮੈਨੂੰ ਦੇਣਾ ਕਰੋ, ਇਹਦਾ ਛੇਤੀ ਪਾਰ ਉਤਾਰਾ ਕਰ ਦਿਓ। ਉਸ ਵੇਲੇ ਬਚਨ ਸੁਣ ਕੇ ਗੌਤਮ ਰਿਖੀ ਨੇ ਆਖਿਆ, ਫਿਰ ਇਸ ਤਰ੍ਹਾਂ ਕਰਦੇ ਹਾਂ ਕਿ ਦੁਆਪਰ ਯੁੱਗ ਬਾਅਦ ਵਿੱਚ ਲੈ ਕੇ ਆਵਾਂਗੇ, ਪਹਿਲਾਂ ਤ੍ਰੇਤਾ ਹੀ ਲੈ ਕੇ ਆਉਂਦੇ ਹਾਂ, ਅਸੀਂ ਯੁੱਗ ਹੀ ਬਦਲ ਦਿੰਦੇ ਹਾਂ। ਇੰਨਾ ਤਾਪ ਹੈ ਗੌਤਮ ਰਿਖੀ ਦਾ ਕਿ ਜਿਹਦਾ ਸ਼ਰਾਪ ਦਿੱਤਾ ਹੋਇਆ ਇੰਦਰ ਨੂੰ ਲੱਗਦਾ ਪਿਆ ਜਿਹੜਾ ਇੱਕ ਯੁੱਗ ਬਦਲਣ ਦੀ ਸਮਰੱਥਾ ਰੱਖਦਾ ਹੈ। ਇੰਨਾ ਭਾਰੀ ਤਾਪ ਇਸ ਰਿਖੀ ਦਾ ਹੈ। ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਇਸ ਨੇ ਆਪਣੀ ਘਰਵਾਲੀ ਨੂੰ ਸ਼ਰਾਪ ਦੇ ਦਿੱਤਾ, ਆਪਣੀ ਲੜਕੀ ਨੂੰ ਵੀ ਸ਼ਰਾਪ ਦਿੱਤਾ ਹੈ ਕਿ ਤੂੰ ਪਰਦਾ ਰੱਖਿਆ ਹੈ, ਮੰਜਾਰ ਬਿੱਲੇ ਦਾ ਨਾਮ, ਅਤੇ ਮੰਜਾਰ ਤੋਂ ਭਾਵ ਹੈ ਕਿ ਮਾਂ ਦਾ ਯਾਰ, ਇਹ ਤੂੰ ਸਾਂਝਾ ਬਚਨ ਕਰਕੇ ਪਰਦਾ ਰੱਖਣ ਦਾ ਯਤਨ ਕੀਤਾ ਹੈ ਕਿ ਤੇਰਾ ਵੀ ਵਿਆਹ ਤੋਂ ਬਿਨਾਂ ਹੀ ਤੂੰ ਲੜਕੇ ਨੂੰ ਅੱਗੇ ਸੰਤਾਨ ਨੂੰ ਜਨਮ ਦੇਵੇਂਗੀ। ਇਸ ਤਰ੍ਹਾਂ ਦਾ ਬਚਨ ਉਸ ਵੇਲੇ ਗੌਤਮ ਦੇ ਮੁਖੋਂ ਨਿਕਲਿਆ। ਕਹਿਣ ਲੱਗੇ ਗੁਰਮੁਖੋਂ ਸਮਾਂ ਬਤੀਤ ਹੋਇਆ, ਭਗਵਾਨ ਰਾਮ ਚੰਦਰ ਜੀ ਦੁਨੀਆ 'ਤੇ ਆਏ, ਉਹਨਾਂ ਦੇ ਚਰਨ ਲਾ ਕੇ ਇਸ ਅਹਲਿਆ ਦਾ
ਉਹਨਾਂ ਨੇ ਭਲਾ ਕੀਤਾ ਸੀ, ਇਸ ਨੂੰ ਪੱਥਰ ਜੂਨ ਵਿੱਚੋਂ ਮੁਕਤ ਕੀਤਾ। ਅਤੇ ਇਹ ਜਿਹੜੀ ਲੜਕੀ ਹੈ ਇਹਦੇ ਤੋਂ ਫਿਰ ਪਵਨ ਪੁੱਤਰ ਹਨੂਮਾਨ ਦਾ ਜਨਮ ਹੋਇਆ। ਵਿਦਵਾਨਾਂ ਦਾ ਕਥਨ ਹੈ ਕਿ ਨਾਰਦ ਮੁਨੀ ਨੇ ਜਦੋਂ ਇਹ ਕਮਰਾ ਬਣਾ ਕੇ ਬੈਠ ਗਈ, ਕਮਰੇ ਦੇ ਸਾਰੇ ਦਰਵਾਜ਼ੇ ਬੰਦ ਕਰ ਲਏ, ਮੈਂ ਕਿਸੇ ਆਦਮੀ ਨੂੰ ਮਿਲਣਾ ਹੀ ਨਹੀਂ ਹੈ, ਫਿਰ ਮੈਂ ਕਿਵੇਂ ਸੰਤਾਨ ਨੂੰ ਜਨਮ ਦੇਵਾਂਗੀ। ਉਸ ਵੇਲੇ ਨਾਰਦ ਮੁਨੀ ਨੇ ਆਖਿਆ, ਕੰਨ ਕਰ, ਮੈਂ ਤੈਨੂੰ ਉਪਦੇਸ਼ ਦੇਵਾਂ, ਕਿਉਂਕਿ ਉਪਦੇਸ਼ ਲੈ ਕੇ ਜੇ ਕਮਾਈ ਕਰੇਂਗੀ ਤਾਂ ਤੇਰਾ ਤਪ ਪੂਰਾ ਹੋਣਾ ਹੈ। ਜਦੋਂ ਕੰਨ ਦੇ ਵਿੱਚ ਮੰਤਰ ਦੇਣ ਵਾਸਤੇ ਉਸਨੇ ਕੰਨ ਨੇੜੇ ਕੀਤਾ, ਉਸ ਵੇਲੇ ਫੂਕ ਮਾਰ ਕੇ ਇਸਨੇ ਉਹ ਜਿਹੜਾ ਕਾਰਜ ਸੀ ਪੂਰਾ ਹੋਣ ਵਾਲਾ ਉਹ ਇਸਨੇ ਕੀਤਾ ਹੈ। ਤਾਂ ਕਰਕੇ ਹਨੂਮਾਨ ਨੂੰ ਪਵਨ ਪੁੱਤਰ ਕਿਹਾ ਜਾਂਦਾ ਵੀ ਹਵਾ ਦੇ ਰਾਹੀਂ ਸੋ ਇਹ ਗਰਭ ਦੇ ਅੰਦਰ ਗਿਆ ਅਤੇ ਫਿਰ ਇਸ ਦਾ ਜਨਮ ਹੋਇਆ। ਉਹ ਇੱਥੇ ਮਹਾਰਾਜ ਜੀਆਂ ਨੇ ਸਾਰੇ ਇਤਿਹਾਸ ਨੂੰ ਇੱਕ ਪੰਕਤੀ ਵਿੱਚ ਹੀ ਲਿਖ ਦਿੱਤਾ ਹੈ। ਪਾਤਸ਼ਾਹ ਕਹਿਣ ਲੱਗੇ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਕਰ ਆਇਆ। ਸੋ ਗੁਰਮੁਖੋ, ਜਦੋਂ ਇੰਦਰ ਨੂੰ ਸ਼ਰਾਪ ਮਿਲਿਆ ਕਿ ਤੈਨੂੰ 100 ਭਗਾਂ ਤੇਰੇ ਸਰੀਰ 'ਤੇ ਹੋ ਜਾਣਗੀਆਂ, ਫਿਰ ਇਹ ਡਰਦਾ ਮਾਰਾ ਔਰ ਦੁਨੀਆ ਤੋਂ ਸ਼ਰਮਿੰਦਾ ਹੁੰਦਾ ਹੋਇਆ ਮਾਨ ਸਰੋਵਰ ਦੇ ਵਿੱਚ ਜਾ ਕੇ, ਜਿਹੜਾ ਮਾਨ ਸਰੋਵਰ ਹੈ ਨਾ, ਉੱਥੇ ਫੁੱਲਾਂ ਦੀ ਬਗੀਚੀ ਹੈ, ਉਹਦੇ ਵਿੱਚ ਜਾ ਕੇ ਲੁਕ ਗਿਆ ਕਿ ਹੁਣ ਦੁਨੀਆ ਨੂੰ ਕੀ ਮੂੰਹ ਵਿਖਾਵਾਂਗਾ। ਦੇਵਤਿਆਂ ਦੇ ਵਿੱਚ ਹਾਹਾਕਾਰ ਮਚ ਗਈ, ਸਾਡਾ ਰਾਜਾ ਕਿੱਧਰ ਗਿਆ ਹੈ। ਉਸ ਵੇਲੇ ਦੇਵਤਿਆਂ ਦੇ ਗੁਰੂ ਬ੍ਰਹਸਪਤ ਨੇ ਵੇਖਿਆ ਵੀ ਇਹ ਤੇ ਮਾੜਾ ਕਰਮ ਕਰਕੇ ਜਾ ਕੇ ਲੁਕਿਆ ਬੈਠਾ ਹੈ। ਬ੍ਰਹਸਪਤ ਜੀ ਗਏ ਉਸ ਵੇਲੇ ਇਸ ਦੇ ਕੋਲ ਰਾਜੇ ਇੰਦਰ ਦੇ, ਤੇ ਜਾ ਕੇ ਫਿਰ ਉਹਨਾਂ ਨੇ ਇਸ ਨੂੰ ਰਾਮ ਰਾਮ ਦਾ ਨਾਮ ਜਪਾਇਆ। ਕਹਿਣ ਲੱਗੇ, ਰਾਮ ਰਾਮ ਦਾ ਜਾਪ ਕਰ, ਤੈਨੂੰ ਸ਼ਰਾਪ ਤੋਂ ਮੁਕਤ ਕਰਾਂਗੇ। ਫਿਰ ਉਹ ਜਿਹੜੀਆਂ 1000 ਭਗਾਂ ਬਣੀਆਂ ਸਨ, ਉਹ ਰਾਮ ਦਾ ਨਾਮ ਜਪਾ ਕੇ 1000 ਨੇਤਰ ਬਣਾ ਦਿੱਤੇ ਇਹਦੇ ਸਰੀਰ ਦੇ ਉੱਪਰ। ਸੋ ਇਸ ਤਰ੍ਹਾਂ ਇਸ ਨੂੰ ਇਹ ਦੰਡ ਮਿਲਿਆ ਹੈ। ਮਹਾਰਾਜ ਕਹਿਣ ਲੱਗੇ, ਭਾਈ ਗੌਤਮ ਤਪਾ ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਗ ਹੋਏ, ਤਾਮਨ ਪਛੋ ਤਾਇਆ, ਕੋਈ ਜਾਨ ਨਾ ਭੂਲੇ ਭਾਈ, ਸੋ ਭੂਲੇ ਜਿਸ ਆਪ ਭੁਲਾਏ, ਬੂਝੈ ਜਿਸੈ ਬੁਝਾਈ। ਜਿਹਨੂੰ ਪ੍ਰਮਾਤਮਾ ਭੁਲਾ ਦੇਵੇ, ਭਾਵੇਂ ਉਹ ਇੰਦਰ ਹੀ ਕਿਉਂ ਨਾ ਹੋਵੇ, 100 ਅਸਵਮੇਧ ਜੱਗ ਵੀ ਕਰ ਲੈ, ਦੁਨੀਆ ਵੀ ਜਿੱਤ ਲਈਏ। ਵੇਖੋ, ਇੰਨਾ ਵੱਡਾ ਕੰਮ ਕਰਨਾ, ਦੁਨੀਆ ਜਿੱਤਣੀ ਸੌਖੀ ਨਹੀਂ ਹੈ। ਪਰਿਵਾਰ ਦੇ ਮੈਂਬਰਾਂ ਦੀ ਨਹੀਂ ਸਲਾਹ ਮਿਲਦੀ, ਦੁਨੀਆ ਕਿੱਥੋਂ ਜਿੱਤਾਂਗੇ। ਦੁਨੀਆ ਵੀ ਜਿੱਤ ਲਈ ਹੈ, ਜੱਗ ਵੀ 101 ਕਰ ਲਿਆ, ਇੰਦਰ ਵੀ ਬਣ ਕੇ ਬੈਠ ਗਿਆ ਹੈ। ਪਰ ਜਦੋਂ ਮਨੁੱਖ ਦੀ ਨੀਅਤ ਬਦਲਦੀ ਹੈ, ਵਿਚਾਰ ਬਦਲਦੇ ਨੇ, ਪਾਪ ਕਰਮ ਅੱਗੇ ਆਉਂਦਾ ਹੈ, ਫਿਰ ਇਹੋ ਜਿਹੇ ਪਾਪ ਹੋ ਜਾਂਦੇ ਵੀ ਸ਼ਰਾਪ ਵੀ ਮਿਲ ਜਾਂਦੇ। ਮਹਾਰਾਜ ਕਹਿਣ ਲੱਗੇ, ਬਾਅਦ ਵਿੱਚ ਪਛਤਾਉਂਦਾ ਪਿਆ ਹੈ। ਸੋ ਸਹਿਸ ਸਰੀਰ ਚਿਹਨ ਭਗ ਹੋਏ, ਸਹਿਸ ਨਾਮ 1000 ਦਾ ਹੈ, 1000 ਭਗਾਂ ਦੇ ਨਿਸ਼ਾਨ ਬਣ ਗਏ। ਤਾਂ ਮਨ ਪਛੋਤਾਇਆ, ਹੁਣ ਪਛਤਾਉਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਲਿਖਿਆ ਹੈ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਇਸ ਤਰ੍ਹਾਂ ਦਾ ਮਾੜਾ ਕਰਮ ਨਾ ਕਰੀ। ਜਿਵੇਂ ਇੰਦਰ ਪਛਤਾਉਂਦਾ ਪਿਆ ਸ਼ਰਾਪ ਲੈ ਕੇ, ਤੈਨੂੰ ਵੀ ਸਿੱਖਾ ਕਿਤੇ ਪਛਤਾਉਣਾ ਨਾ ਪਵੇ। ਕੋਈ ਵੀ ਕਰਮ ਕਰਨ ਤੋਂ ਪਹਿਲਾਂ ਸੋ ਚੰਗੀ ਤਰ੍ਹਾਂ ਪਹਿਲਾਂ ਉਸ ਕਰਮ ਨੂੰ ਵਿਚਾਰ ਲੈਣਾ ਕਰ ਵੀ ਇਹਦਾ ਫਲ ਕੀ ਮਿਲਦਾ ਹੈ। ਮਹਾਰਾਜ ਕਹਿਣ ਲੱਗੇ, ਸਹੰਸਰ ਦਾਨ ਦੇ, ਦਾਨ ਤੋਂ ਭਾਵ ਇੱਥੇ ਗੁਰਮੁਖੋ ਹੈ ਦੰਡ ਦੇਣਾ। ਦੰਡ ਕਹਿੰਦੇ ਸਜ਼ਾ ਦੇਣੀ, ਅਤੇ ਸਹੰਸ ਨਾਮ 1000 ਦਾ ਹੈ। 1000 ਭਗਾਂ ਹੋਣ ਇਹ ਦੰਡ ਦਿੱਤਾ। ਉਸ ਵੇਲੇ ਗੌਤਮ ਰਿਖੀ ਨੇ ਜਦੋਂ ਇਹ ਦੰਡ ਮਿਲਿਆ, ਫਿਰ ਇੰਦਰ ਰਵਾਇਆ। ਇੰਦਰ ਰਾਜਾ ਰੋਂਦਾ, ਜਿਹਨੂੰ ਸਵਰਗਾਂ ਦਾ ਰਾਜਾ ਕਿਹਾ। ਆਪਾਂ ਆਮ ਹੀ ਕੋਈ ਬੰਦਾ ਮਰ ਜਾਵੇ ਤੇ ਕਹਿੰਦੇ ਆ ਸਵਰਗਵਾਸੀ ਹੋ ਗਿਆ। ਅਸੀਂ ਬੜੀ ਵੱਡੀ ਗੱਲ ਸਮਝਦੇ ਹਾਂ ਵੀ ਇਹ ਸਵਰਗਾਂ ਵਿੱਚ ਚਲੇ ਗਿਆ। ਇੱਕ ਸਵਰਗਾਂ ਵਿੱਚ ਜਾਣਾ, ਇੱਕ ਸਵਰਗਾਂ ਦਾ ਰਾਜਾ ਬਣਨਾ, ਬੜਾ ਫਰਕ ਹੈ। ਪਰ ਕਹਿਣ ਲੱਗੇ, ਤੁਸੀਂ ਸਵਰਗਾਂ ਵਿੱਚ ਜਾਣ ਨੂੰ ਬੜੀ ਖੁਸ਼ੀ ਵਾਲੀ ਗੱਲ ਸਮਝਦੇ ਹੋ, ਬੜੀ ਵੱਡੀ ਪ੍ਰਾਪਤੀ ਕਰ ਲਈ ਹੈ। ਇੱਥੇ ਤੇ ਸਵਰਗਾਂ ਦੇ ਰਾਜੇ ਵੀ ਰੋਂਦੇ ਪਏ ਨੇ। ਨਾਨਕ ਦੁਖੀਆ ਸਭ ਸੰਸਾਰ। ਸਵਰਗਾਂ ਵਿੱਚ ਆਮ ਬੰਦੇ ਨੇ ਤਾਂ ਦੁਖੀ ਹੋਣਾ ਹੀ ਹੈ, ਰੋਣਾ ਹੀ ਹੈ। ਜਿਹੜਾ ਸਵਰਗਾਂ ਦਾ ਰਾਜਾ ਉਹ ਖੁਦ ਰੋਂਦਾ ਪਿਆ ਹੈ, ਐਸੇ ਪਹਾੜੀ ਕਰਮਾਂ ਦੀ ਸਜ਼ਾ ਪਾ ਕੇ। ਮਹਾਰਾਜ ਕਹਿਣ ਲੱਗੇ, ਸ਼ਾਹੂਕਾਰਾ ਰੋ ਨਾ। ਸੋ ਇਹ ਦੁਨੀਆ ਦਾ ਇਸ ਤਰ੍ਹਾਂ ਦਾ ਦਸਤੂਰ ਬਣਿਆ ਹੋਇਆ ਹੈ। ਇਸ ਤਰ੍ਹਾਂ ਦੁਨੀਆ ਜਿਹੜੀ ਹੈ
ਉਹ ਰੋਂਦੀ ਹੋਈ ਵੇਖੀ ਗਈ ਹੈ। ਪਰਸਰਾਮ ਰੋਵੈ ਘਰ ਆਇਆ। ਕਹਿਣ ਲੱਗੇ ਪਰਸੂ ਰਾਮ ਨਾਮ ਦਾ ਇੱਕ ਬ੍ਰਾਹਮਣ ਹੋਇਆ ਹੈ, ਉਹ ਵੀ ਦੁਨੀਆ ਵਿੱਚ ਰੋਂਦਾ ਵੇਖਿਆ ਗਿਆ। ਇਸ ਪਰਸੂਰਾਮ ਨੇ ਬੜਾ ਭਾਰੀ ਤਪ ਕੀਤਾ ਹੈ, ਤਪ ਕਰਕੇ ਬੜੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ। ਇਸ ਪਰਸੂਰਾਮ ਦੇ ਪਿਤਾ ਦਾ ਨਾਮ ਜਮਦਗਨੀ ਰਿਖੀ ਹੈ, ਮਾਂ ਦਾ ਨਾਮ ਰੇਣਕਾ ਹੈ। ਗ੍ਰੰਥਕਾਰਾਂ ਨੇ ਲਿਖਿਆ ਹੈ, ਇੱਕ ਵਾਰੀ ਰਿਖੀ ਦੀ ਘਰ ਵਾਲੀ ਰੇਣਕਾ ਨੇ ਆਖਿਆ, ਰਿਖੀ ਜੀ ਮੈਨੂੰ ਆਗਿਆ ਦਿਓ, ਮੈਂ ਆਪਣੀ ਭੈਣ ਜਿਹੜੀ ਰਾਣੀ ਹੈ, ਮੈਂ ਰਾਣੀ ਆਪਣੀ ਭੈਣ ਨੂੰ ਮਿਲਿਆ ਵਾਂ। ਰਿਖੀ ਜੀ ਕਹਿਣ ਲੱਗੇ, ਕਹਿੰਦੇ ਰਾਜਿਆਂ ਨਾਲ ਰਿਖੀਆਂ ਦਾ ਕਾਹਦਾ ਮੇਲ ਹੈ? ਉਹ ਰਾਜੇ ਹੋਏ, ਆਪਾਂ ਰਿਖੀ ਮੁਨੀ ਜੰਗਲਾਂ ਵਿੱਚ ਰਹਿਣ ਵਾਲੇ ਹੋਏ, ਆਪਣਾ ਕੀ ਮੇਲ ਉਹਦੇ ਨਾਲ? ਰੇਣਕਾ ਜੀ ਕਹਿਣ ਲੱਗੇ ਵੀ ਨਹੀਂ, ਭਾਵੇਂ ਉਹ ਰਾਜੇ ਨੇ ਤੇ ਆਪਾਂ ਭਾਵੇਂ ਰਿਖੀ ਹਾਂ, ਪਰ ਭੈਣ ਦਾ ਰਿਸ਼ਤਾ ਤੇ ਹੈ ਨਾ, ਰਿਸ਼ਤੇ ਦਾ ਮੈਨੂੰ ਮੋਹ ਹੈ, ਮੈਨੂੰ ਆਗਿਆ ਦਿਓ ਮੈਂ ਜਾ ਹੀ ਆਵਾਂ। ਰਿਖੀ ਜੀ ਕਹਿਣ ਲੱਗੇ ਚਲੋ ਤੇਰੀ ਮਰਜ਼ੀ ਹੈ, ਮਨ ਕਰਦਾ ਤੇ ਚਲੋ ਚਲੇ ਜਾਓ। ਜਦੋਂ ਰੇਣਕਾ ਜਾ ਕੇ ਆਪਣੀ ਰਾਣੀ ਭੈਣ ਨੂੰ ਮਿਲੀ, ਦੋਨੇ ਭੈਣਾਂ ਮਿਲ ਕੇ ਆਪਸ ਵਿੱਚ ਬੜੀਆਂ ਖੁਸ਼ ਹੋਈਆਂ। ਉਸ ਵੇਲੇ ਰਾਣੀ ਨੇ ਆਪਣੇ ਪਤੀ ਸਹੰਸਰ ਬਾਹੂ ਜਿਹੜਾ ਰਾਜਾ ਹੈ, ਸਹੰਸਰ ਤੋਂ ਭਾਵ 1000 ਦੀਆਂ 1000 ਬਾਹਾਂ ਸਨ ਇਸ ਰਾਜੇ ਦੀਆਂ। ਇੰਨਾ ਤਪ ਕਰਕੇ ਇਸ ਨੇ ਵਰ ਲਏ ਸਨ ਕਿ ਜੰਗ ਮੈਦਾਨ ਦੇ ਵਿੱਚ ਹਜ਼ਾਰਾਂ ਬਾਹਾਂ ਦਾ ਬਲ ਰੱਖਦਾ ਹੈ। ਉਸ ਦੀ ਘਰਵਾਲੀ ਰਾਣੀ ਨੇ ਆਪਣੇ ਪਤੀ ਰਾਜੇ ਨੂੰ ਦੱਸਿਆ ਵੀ ਮੇਰੀ ਭੈਣ ਮਿਲਣ ਵਾਸਤੇ ਆਈ ਹੈ। ਉਹਨੇ ਸੁਭਾਵਿਕ ਹੀ ਅੱਗੋਂ ਕਹਿ ਦਿੱਤਾ, ਕਹਿਣ ਲੱਗਾ ਭੈਣ ਆਈ ਹੈ ਤੇ ਮੈਂ ਕੀ ਕਰਾਂ, ਇਹਨਾਂ ਨੇ ਕਿਹੜਾ ਮੇਰੀ ਫੌਜ ਦੀ ਰੋਟੀ ਕਰ ਦੇਣੀ ਹੈ, ਇਹ ਤਾਂ ਜੰਗਲਾਂ ਵਿੱਚ ਰਹਿਣ ਵਾਲੇ ਆਪ ਮੰਗ ਕੇ ਖਾਂਦੇ, ਇਹਦੇ ਆਉਣ ਦਾ ਮੈਨੂੰ ਕੀ ਲਾਭ ਹੈ। ਹੁਣ ਜਦੋਂ ਬਚਨ ਰੇਣਕਾ ਦੇ ਕੰਨਾਂ ਵਿੱਚ ਪਏ, ਬੋਲੀ ਵੱਜੀ ਹੈ, ਮਿਹਣਾ ਵੱਜਿਆ ਵੀ ਇਹਨਾਂ ਨੇ ਕਿਹੜਾ ਸਾਡੀ ਰੋਟੀ ਵਰਜਣੀ ਹੈ, ਇਹ ਤੇ ਆਪ ਜੰਗਲਾਂ ਵਿੱਚ ਰਹਿ ਕੇ ਦਿਨ ਕੱਟਦੇ। ਉਸ ਵੇਲੇ ਉਹ ਜਿਹੜੀ ਰੇਣਕਾ ਹੈ ਉਸਨੇ ਆ ਕੇ ਫਿਰ ਆਪਣੇ ਪਤੀ ਨੂੰ ਰਿਖੀ ਨੂੰ ਦੱਸਿਆ ਵੀ ਰਾਜੇ ਨੇ ਮੈਨੂੰ ਇਹ ਮਿਹਣਾ ਮਾਰ ਦਿੱਤਾ ਹੈ, ਮੇਰੀ ਭੈਣ ਦੇ ਘਰ ਵਾਲੇ ਨੇ। ਉਸ ਵੇਲੇ ਰਿਖੀ ਜੀ ਕਹਿਣ ਲੱਗੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਰਾਜਿਆਂ ਦਾ ਤੇ ਰਿਖੀਆਂ ਦਾ ਕੋਈ ਮੇਲ ਨਹੀਂ ਹੁੰਦਾ ਆਪਸ ਵਿੱਚ, ਆਪਾਂ ਨੂੰ ਜਾਣਾ ਹੀ ਨਹੀਂ ਸੀ ਚਾਹੀਦਾ। ਉਹ ਰੇਣਕਾ ਨਾਮ ਦੀ ਇਸਤਰੀ ਕਹਿੰਦੀ ਵੀ ਨਹੀਂ, ਹੁਣ ਤੇ ਜਿਹੜਾ ਮਿਹਣਾ ਮਾਰਿਆ ਨਾ ਇਹਨੂੰ ਪੂਰਾ ਜ਼ਰੂਰ ਕਰਨਾ ਹੈ, ਇੱਕ ਵਾਰੀ ਰੋਟੀ ਜ਼ਰੂਰ ਖਵਾਈਏ ਉਹਨਾਂ ਨੂੰ ਸੱਦ ਕੇ, ਤਾਂ ਕਿ ਉਹਨਾਂ ਦੀ ਬੋਲੀ ਜਿਹੜੀ ਹੈ ਉਹ ਵਿਆਹੀ ਜਾਵੇ। ਉਸ ਵੇਲੇ ਰਿਖੀ ਜੀ ਕਹਿਣ ਲੱਗੇ ਚੱਲ ਜੇ ਤੇਰੀ ਇਹ ਮੌਜ ਹੈ ਤੇ ਫਿਰ ਸੱਦਾ ਦੇ ਦੇ ਰਾਜੇ ਨੂੰ ਤੇ ਨਾਲ ਆਪਣੀ ਭੈਣ ਨੂੰ ਤੇ ਨਾਲ ਉਹਦੀ ਫੌਜ ਨੂੰ ਵੀ ਸਾਰੇ ਹੀ ਆਓ, ਅਸੀਂ ਫੌਜ ਦੇ ਸਮੇਤ ਹੀ ਰੋਟੀ ਖਵਾ ਦਿਆਂਗੇ। ਇਸ ਹੰਸਰ ਬਾਹੂ ਨਾਮ ਦਾ ਰਾਜਾ ਸਾਰੀ ਫੌਜ ਲੈ ਕੇ ਇਹਨਾਂ ਦੇ ਸੱਦੇ ਦੇ ਉੱਪਰ ਇਹਨਾਂ ਦੇ ਕੋਲ ਪਹੁੰਚਿਆ। ਤੇ ਉਸ ਵੇਲੇ ਗੁਰਮੁਖੋ ਇਸ ਰਿਖੀ ਨੇ ਮੰਤਰਾਂ ਦੇ ਬਲ ਦੇ ਨਾਲ, ਆਪਣੇ ਤਪ ਦੇ ਬਲ ਦੇ ਨਾਲ ਸਵਰਗਾਂ ਦੇ ਵਿੱਚੋਂ ਕਾਮਧੇਨ ਗਊ ਮੰਗਾ ਲਈ ਆਪਣੇ ਆਸ਼ਰਮ ਦੇ ਵਿੱਚ। ਹੁਣ ਰਾਜੇ ਦੀ ਫੌਜ ਜਿਹੜੀ ਜਿਹੜੀ ਵਸਤੂ ਦੀ ਮੰਗ ਕਰਦੀ ਹੈ, ਇਹ ਕਾਮਧੇਨ ਗਊ ਉਹੀ ਪਦਾਰਥ ਬਣਾ ਕੇ ਪਹੁੰਚਾਈ ਜਾਂਦੀ ਹੈ। ਕਾਮਧੇਨ ਜਿਹੜੀ ਕਾਮ ਨੂੰ ਮਨ ਦੀ ਕਾਮਨਾ ਨੂੰ ਜੋ ਪੂਰਾ ਕਰੇ, ਮਨ ਦੇ ਫੁਰਨੇ ਨੂੰ ਪੂਰਾ ਕਰੇ। ਰਾਜਾ ਬੜਾ ਹੈਰਾਨ ਹੋਇਆ, ਇੰਨੀ ਵੱਡੀ ਫੌਜ ਹੈ, ਐਸੇ ਲੰਗਰ ਪ੍ਰਸ਼ਾਦੇ ਤੇ ਕਦੇ ਮੈਂ ਨਹੀਂ ਛਕਾਏ ਜਿਹੜੇ ਇਹ ਛਕਾਈ ਜਾਂਦੇ ਨੇ। ਇਹ ਪ੍ਰਸ਼ਾਦਾ ਭੋਜਨ ਬਣਦਾ ਕਿੱਥੇ ਪਿਆ ਹੈ, ਇੰਨੇ ਕਿੰਨੇ ਕੁ ਬੰਦੇ ਬਣਾਉਣ ਵਾਸਤੇ ਲੱਗੇ। ਇਹ ਵੇਖਣ ਵਾਸਤੇ ਜਦੋਂ ਆਸ਼ਰਮ ਦੇ ਅੰਦਰ ਗਿਆ, ਕੀ ਵੇਖਦਾ ਪਿਆ, ਉਹ ਗਾਂ ਦੇ ਕੋਲੋਂ ਹੀ ਸਾਰੇ ਪਦਾਰਥ ਮਿਲੀ ਜਾਂਦੇ। ਰਾਜੇ ਦੇ ਮਨ ਵਿੱਚ ਬੇਈਮਾਨੀ ਆ ਗਈ ਵੀ ਇਹਨਾਂ ਨੇ ਤੇ ਅੱਜ ਹੀ ਲੰਗਰ ਕਰਨਾ ਤੇ ਮੈਨੂੰ ਫੌਜ ਨੂੰ ਰੋਜ਼ ਹੀ ਖਵਾਉਣਾ ਪੈਣਾ ਹੈ, ਕਿਉਂ ਨਾ ਹੋਵੇ ਇਹਨਾਂ ਦੀ ਗਾਂ ਮੈਂ ਹੀ ਆਪਣੇ ਨਾਲ ਲੈ ਜਾਵਾਂ, ਰੋਜ਼ ਇਹ ਗਾਂ ਹੀ ਖਵਾ ਦਿਆ ਕਰੇਗੀ, ਕੰਮਕਾਰ ਕਰਨਾ ਹੀ ਨਾ ਪਵੇ। ਸੋ ਉਸ ਵੇਲੇ ਇਸ ਰਾਜੇ ਨੇ ਉਹ ਗਾਂ ਜਿਹੜੀ ਮੰਗ ਲਈ ਵੀ ਆ ਮੈਨੂੰ ਦੇ ਦਿਓ, ਮੇਰਾ ਰੋਜ਼ ਦਾ ਹੀ ਕੰਮ ਹੈ ਫੌਜ ਵਿੱਚ ਰਹਿਣਾ, ਤੁਸੀਂ ਰਿਖੀ ਲੋਕ ਹੋ। ਜਮਦਗਨੀ ਜੀ ਕਹਿਣ ਲੱਗੇ ਵੀ ਨਹੀਂ ਭਾਈ, ਇਹ ਤੇ ਸਵਰਗਾਂ ਦੀ ਵਸਤੂ ਹੈ, ਮੈਂ ਤੇ ਆਪਣੇ ਜਪ ਤਪ ਦੇ ਬਲ ਦੇ ਨਾਲ ਉਧਾਰੀ ਮੰਗੀ ਹੈ ਤੇ ਉਧਾਰੀ ਚੀਜ਼ ਕਿਸੇ ਨੂੰ ਦਿੱਤੀ ਨਹੀਂ ਜਾ ਸਕਦੀ ਹੈ। ਉਸ ਵੇਲੇ ਉਹ ਰਿਖੀ ਨੇ ਜਦੋਂ ਵੇਖਿਆ ਵੀ ਇਹ ਰਾਜਾ ਤੇ ਬੇਈਮਾਨ ਹੋ ਗਿਆ ਹੈ, ਇਹਦੀ ਫੌਜ ਹੈ ਮੇਰੇ ਨਾਲ ਤਗੜਾ ਹੈ, ਇਹ ਜਾਣ ਬੁੱਝ ਕੇ ਕਿਤੇ ਗਾਂ ਖੋਹ ਕੇ ਹੀ ਨਾ ਲੈ ਜਾਵੇ, ਉਹਨੇ ਮੰਤਰ ਪੜ੍ਹ ਕੇ ਤੇ ਉਹ ਗਾਂ ਆਕਾਸ਼ ਵੱਲ ਨੂੰ, ਸਵਰਗਾਂ ਵੱਲ ਨੂੰ ਭੇਜ ਦਿੱਤੀ ਵੀ ਜਾ ਤੂੰ ਆਪਣੇ ਟਿਕਾਣੇ ਤੇ, ਹੁਣ ਆਪਣਾ ਕੰਮ ਹੋ ਗਿਆ ਹੈ। ਇਹ ਗੱਲ ਵੇਖ ਕੇ ਰਾਜੇ ਦੇ ਮਨ ਵਿੱਚ ਗੁੱਸਾ ਆਇਆ ਵੀ ਮੇਰੀ ਇਹਨੇ ਗੱਲ ਨਹੀਂ ਮੰਨੀ ਹੈ ਤੇ ਗਾਂ ਵੀ ਉੱਥੋਂ ਅਲੋਪ ਕਰ ਦਿੱਤੀ ਹੈ। ਉਸ ਵੇਲੇ ਹੰਸਰ ਬਾਹੂ ਰਾਜੇ ਨੇ ਆਪਣੇ ਸਕੇ ਸਾਂਢੂ ਨੂੰ, ਆਪਣੀ ਭੈਣ ਦੇ ਘਰ ਵਾਲੇ ਨੂੰ ਕਤਲ ਕਰ ਦਿੱਤਾ, ਰਿਖੀ ਨੂੰ ਮਾਰ ਹੀ ਦਿੱਤਾ ਵੀ ਤੂੰ ਮੇਰੀ ਗੱਲ ਕਿਉਂ ਨਹੀਂ ਮੰਨੀ ਹੈ, ਜੋ ਮੈਂ ਕਿਹਾ ਸੀ ਤੈਨੂੰ ਮੰਨਣਾ ਚਾਹੀਦਾ ਸੀ। ਜਦੋਂ ਇਹ ਰਿਖੀ ਮਰ ਗਿਆ, ਉਸ ਵੇਲੇ ਰਿਖੀ ਦੀ ਘਰ ਵਾਲੀ ਜਿਹੜੀ ਰੇਣਕਾ ਹੈ,
ਆਪਣੇ ਪਤੀ ਨੂੰ ਮਰਿਆ ਵੇਖ ਕੇ ਫਿਰ ਰੋਈ ਹੈ। ਉੱਚੀ ਉੱਚੀ ਰੋ ਕੇ ਆਪਣੇ ਪੁੱਤਰ ਨੂੰ ਯਾਦ ਕਰਦੀ ਹੈ। ਪਤ ਕੋ ਦੇਖ ਰੇਨਕਾ ਨਾਰੀ, ਭਾਈ ਸੰਤੋਖ ਸਿੰਘ ਨੇ ਬਚਨ ਲਿਖੇ। ਆਪਣੇ ਪਤੀ ਨੂੰ ਮਰਿਆ ਹੋਇਆ ਵੇਖ ਕੇ ਰੇਨਕਾ ਨਾਮ ਦੀ ਜਿਹੜੀ ਉਹਦੀ ਘਰਵਾਲੀ ਹੈ, ਬਹੁਤ ਬਿਰਲਾਪਤ ਊਚ ਪੁਕਾਰੀ, ਬੜਾ ਬਿਰਲਾਪ ਕਰਦੀ, ਵਹਿਣ ਪਾਉਂਦੀ, ਉੱਚੀ ਉੱਚੀ ਬੋਲਦੀ ਪਈ ਹੈ। ਸਪਤ 73 ਹਨ ਕਰ ਦੇਹੀ। ਇਹਨੇ 7 ਜਿਹੜੇ ਸਨ ਆਪਣੇ ਹੱਥਾਂ ਦੇ ਨਾਲ ਆਪਣੇ ਪੱਟਾਂ ਦੇ ਉੱਪਰ ਮਾਰੇ। 7 ਵਾਰੀ ਹੱਥ ਪਿੱਟਿਆ ਆਪਣੇ ਆਪ ਨੂੰ। 7 ਵਾਰੀ ਹੱਥ ਆਪਣੇ ਸਰੀਰ ਦੇ ਉੱਪਰ, ਛਾਤੀ ਦੇ ਉੱਪਰ ਮਾਰੇ। 7 ਵਾਰੀ ਹੱਥ ਜਿਹੜੇ ਸਨ ਆਪਣੇ ਸਿਰ ਉੱਪਰ ਮਾਰੇ। 21 ਵਾਰੀ ਪਿੱਟਿਆ ਆਪਣੇ ਆਪ ਨੂੰ। ਜਦੋਂ ਇਸ ਤਰ੍ਹਾਂ ਪਿੱਟ ਕੇ ਰੋਂਦੀ ਪਈ ਹੈ ਤੇ ਕਹਿਣ ਲੱਗੇ ਉਸ ਵੇਲੇ, ਸੁਤ ਕੋ ਸਿਮਰ ਬੁਲਾਇਓ ਤੂੰ ਹੀ। ਆਪਣੇ ਪੁੱਤਰ ਨੂੰ ਯਾਦ ਕੀਤਾ, ਪੁੱਤਰਾ ਛੇਤੀ ਪਹੁੰਚ, ਤੇਰੇ ਪਿਤਾ ਨੂੰ ਮਾਰ ਦਿੱਤਾ ਹੈ। ਤਪ ਹਿਤ ਅਪਰ ਜੋ ਥਾਨ ਸਧਾਵਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਤਪ ਕਰਨ ਵਾਸਤੇ ਕਿਤੇ ਪਾਸੇ ਗਿਆ ਸੀਗਾ। ਇਹ ਜਿਹੜਾ ਨਾਮ ਇੱਥੇ ਆਇਆ ਪਰਸਰਾਮ, ਤਤਛਿਨ ਮਾਤ ਨਿਕਟ ਚੱਲਿਆ ਵਾ। ਜਦੋਂ ਵੇਖਿਆ ਮੇਰੀ ਮਾਂ ਰੋਂਦੀ ਹੈ, ਛੇਤੀ ਨਾਲ ਭੱਜ ਕੇ ਆਇਆ। ਪਿਤਾ ਨੂੰ ਮਰਿਆ ਵੇਖਿਆ, ਮਾਂ ਨੂੰ ਰੋਂਦਾ ਤੇ ਪਿੱਟਦਾ ਵੇਖਿਆ। ਉਸ ਵੇਲੇ ਇਸ ਪਰਸਰਾਮ ਨੇ ਪ੍ਰਣ ਕੀਤਾ ਵੀ ਜਿਸ ਤਰ੍ਹਾਂ ਮੇਰੇ ਪਿਤਾ ਨੂੰ ਇਹਨਾਂ ਛਤਰੀਆਂ ਨੇ ਮਾਰਿਆ ਹੈ, ਅਸੀਂ ਬ੍ਰਾਹਮਣ ਹਾਂ, ਮੈਂ ਇਹਨਾਂ ਛਤਰੀਆਂ ਨੂੰ 21 ਵਾਰੀ ਮਾਰਾਂਗਾ, ਇਹਨਾਂ ਦਾ ਰਾਜ ਭਾਗ ਖੋਹ ਲਵਾਂਗਾ, ਇਹਨਾਂ ਨੂੰ ਮੈਂ ਮੰਗਤੇ ਬਣਾ ਕੇ ਇਸ ਦੁਨੀਆ ਵਿੱਚ ਲਾ ਦਿਆਂਗਾ। ਇਸ ਤਰ੍ਹਾਂ ਦਾ ਪ੍ਰਣ ਕਰਕੇ ਆਪਣੇ ਮੋਢੇ 'ਤੇ ਕੁਹਾੜਾ ਰੱਖਦਾ ਹੈ। ਆਪਣੇ ਜਪ ਤਪ ਦੇ ਬਲ ਦੇ ਨਾਲ ਇਹਨੇ 21 ਵਾਰੀ ਛਤਰੀਆਂ ਨੂੰ ਮਾਰਿਆ, 21 ਵਾਰੀ ਬ੍ਰਾਹਮਣਾਂ ਨੂੰ ਰਾਜ ਦਿਵਾਇਆ। ਪਰ ਜਦੋਂ ਇਹ ਸਭ ਕੁਝ ਕਰਦਾ ਪਿਆ, ਪਰ ਮਹਾਰਾਜ ਕਹਿਣ ਲੱਗੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਛਤਰੀਆਂ ਨੂੰ ਫਿਰ ਰਾਜ ਤੇ ਬ੍ਰਾਹਮਣਾਂ ਨੂੰ ਫਿਰ ਮੰਗਦੇ ਹੀ ਵੇਖਿਆ। ਮੰਗਤੇ ਬਣ ਕੇ ਮੰਗਦੇ ਪਏ, ਮੰਗਦੇ ਵੇਖਿਆ ਬ੍ਰਾਹਮਣਾਂ ਨੂੰ, ਛਤਰੀਆਂ ਨੂੰ ਰਾਜ ਕਰਦੇ। ਬੜਾ ਹੈਰਾਨ ਹੈ, ਮੈਂ 21 ਵਾਰੀ ਰਾਜ ਦਿੱਤਾ ਹੈ, ਇਹ ਇੱਕ ਵਾਰੀ ਨਹੀਂ ਸਾਂਭ ਸਕੇ। ਵਾਰ-ਵਾਰ ਇਹ ਮੰਗਦੇ ਹੀ ਵੇਖੇ ਜਾਂਦੇ। ਸਤ ਪਛਾਨ ਅਭੈ ਪਰਨ ਮੋਰਾ, ਛਤਰੀ ਛੋਡੋ ਨਹਿ ਕਿਤ ਠੌਰਾ। ਕਹਿਣ ਲੱਗਾ ਮਾਤਾ ਮੈਂ ਤਪ ਬੜਾ ਕੀਤਾ, ਮੈਂ ਦੁਨੀਆ 'ਤੇ ਛਤਰੀ ਕੋਈ ਖੱਤਰੀ ਰਹਿ ਨਹੀਂ ਦੇਵਾਂਗਾ, ਸਾਰੇ ਖਤਮ ਹੀ ਕਰ ਦਿਆਂਗਾ। ਇੱਕ ਸਵਾਰ ਨਛੱਤਰ ਧਰਨੀ, ਮੈਂ 21 ਵਾਰ ਇਸ ਧਰਤੀ ਤੋਂ ਖੱਤਰੀ ਖਤਮ ਕਰ ਦਿਆਂਗਾ। ਇੱਕ ਵਾਰੀ ਨਹੀਂ, 2 ਵਾਰੀ, 21 ਵਾਰੀ ਇਹਨਾਂ ਨੂੰ ਵਾਰ-ਵਾਰ ਮਾਰਾਂਗਾ। ਅਤ ਸੰਗਰਾਮ ਕਰੋ ਬਲ ਕਰਨੀ, ਇਹੋ ਜਿਹਾ ਮੈਂ ਜੰਗ ਕਰਾਂਗਾ। ਸੋ ਗੁਰਮੁਖੋ ਇਹ ਜਦੋਂ ਪ੍ਰਣ ਕੀਤਾ ਤੇ ਫਿਰ ਇਸ ਨੇ ਛਤਰੀਆਂ ਨੂੰ ਮਾਰ-ਮਾਰ ਕੇ ਬ੍ਰਾਹਮਣਾਂ ਨੂੰ ਰਾਜ ਭਾਗ ਦਿਵਾਇਆ। ਪਰ ਬਾਅਦ ਵਿੱਚ ਕੀ ਵੇਖਦਾ ਹੈ, ਉਹ ਬ੍ਰਾਹਮਣ ਫਿਰ ਵੀ ਮੰਗਦੇ ਹੀ ਵੇਖੇ ਵੀ ਆਹ ਤੇਰੇ ਉੱਪਰ ਸਾੜ ਸਤੀ ਹੈ, ਆਹ ਤੇਰੇ ਉੱਪਰ ਆ ਕੇ ਸ਼ਨੀ ਭਾਰੀ ਪੈ ਗਿਆ, ਲਿਆ ਇੰਨਾ ਦਾਨ ਦੇ, ਅਸੀਂ ਤੇਰੇ ਮੰਤਰ ਪੜਾਂਗੇ, ਤੈਨੂੰ ਬਚਾਵਾਂਗੇ ਇਸ ਬਿਪਤਾ ਤੋਂ। ਤੇ ਕਹਿਣ ਲੱਗੇ ਜਦੋਂ ਬ੍ਰਾਹਮਣਾਂ ਨੂੰ ਰੋਂਦੇ ਵੇਖਿਆ ਤੇ ਮਹਾਰਾਜ ਫਿਰ ਫਰਮਾਉਂਦੇ ਹਨ, ਪਰਸਰਾਮ ਰੋਵੇ ਘਰ ਆਇਆ। ਤੇ ਇਹ ਜਿਹੜਾ ਪਰਸਰਾਮ ਹੈ ਫਿਰ ਰੋਂਦਾ ਹੈ ਵੇਖ ਕੇ ਵੀ ਇਹ ਕੀ ਬਣਿਆ ਹੈ, ਵੀ ਮੈਂ ਤੇ ਰਾਜ ਦਵਾਉਂਦਾ ਹਾਂ, ਇਹ ਰਾਜ ਫਿਰ ਗਵਾ ਲੈਂਦੇ, ਫਿਰ ਮੰਗਤੇ ਬਣ ਜਾਂਦੇ। ਜਾਚਿਤ ਦਿਜ ਦੇਖਤ ਜਗ ਮਾਹੀ, ਰੋਏ ਬਸੂਰਤ ਸੂਖ ਤੇ ਨਾਹੀ। ਬ੍ਰਾਹਮਣਾਂ ਨੂੰ ਜਦੋਂ ਮੰਗਦੇ ਵੇਖਦਾ ਫਿਰ ਝੂਰਦਾ ਵੀ ਰਾਜ ਕਿਹਨਾਂ ਨੂੰ ਦੇ ਬੈਠਾ, ਇਹ ਤੇ ਚਲਾ ਹੀ ਨਹੀਂ ਸਕੇ ਹਨ, ਮੰਗਦੇ ਪਏ। ਇਸ ਤਰ੍ਹਾਂ ਕਹਿਣ ਲੱਗੇ ਪਰਸੂਰਾਮ ਨਾਮ ਦਾ ਜਿਹੜਾ ਇਹ ਵਿਅਕਤੀ ਹੈ, ਇਸ ਨੂੰ ਅਵਤਾਰ ਮੰਨਿਆ ਹੈ। ਕਹਿੰਦੇ ਦੁਨੀਆ ਨੇ ਇਸ ਨੂੰ ਵੀ ਰੋਂਦਾ ਹੀ ਵੇਖਿਆ। ਨਾਨਕ ਦੁਖੀਆ ਸਭ ਸੰਸਾਰ, ਐਸੀ ਇਹਦੀ ਹਾਲਤ ਬਣੀ ਹੈ। ਫਿਰ ਭਗਵਾਨ ਰਾਮਚੰਦਰ ਦੀ ਅਯੁੱਧਿਆ ਦੇ ਰਾਜੇ ਬਣੇ। ਇਹ ਉਹਨਾਂ ਨਾਲ ਜੰਗ ਕਰਨ ਵਾਸਤੇ ਚਲਾ ਗਿਆ ਵੀ ਉਹ ਛਤਰੀ ਨੇ ਤੇ ਮੈਂ ਇਹਨਾਂ ਨੂੰ ਵੀ ਖਤਮ ਕਰਨਾ ਹੈ। ਭਗਵਾਨ ਰਾਮ ਜੀਆਂ ਨੇ ਸਾਰੀ ਸ਼ਕਤੀ ਇਸ ਦੀ ਤਪ ਦਾ ਬਲ ਖਿੱਚ ਲਿਆ। ਲਛਮਣ ਨੇ ਕੁਝ ਮਖੌਲ ਕੀਤੇ। ਗੁੱਸੇ ਵਿੱਚ ਆ ਕੇ ਜਦੋਂ ਇਹ ਪਰਸਰਾਮ ਆਪਣਾ ਕੁਹਾੜਾ ਚੁੱਕ ਕੇ ਵਾਰ ਕਰਨ ਲੱਗਾ, ਸ਼ਕਤੀ ਖਿੱਚੀ ਹੋਈ ਜਾਣ ਕੇ, ਸ਼ਕਤੀ ਨਾ ਹੋਣ ਕਰਕੇ ਵਾਰ ਨਹੀਂ ਕਰ ਸਕਿਆ। ਉਸ ਵੇਲੇ ਭਗਵਾਨ ਰਾਮਚੰਦਰ ਜੀਆਂ ਨੂੰ ਲੱਤ ਮਾਰਨੀ ਚਾਹੀ। ਉਹਨਾਂ ਨੇ ਇਹਦੇ ਪੈਰੀਂ ਹੱਥ ਲਾ ਕੇ ਇਹਦਾ ਸਾਰਾ ਜਪ ਤਪ ਜਿੰਨਾ ਇਸ ਨੇ ਮੰਤਰ ਵਗੈਰਾ ਸਿੱਧ ਕੀਤੇ ਸਨ ਉਹ ਸਾਰੇ ਖਿੱਚ ਕੇ ਆਪਣੇ ਕੋਲ ਰੱਖ ਲੈ, ਬਿਲਕੁਲ ਖਾਲੀ ਹੋ ਗਿਆ। ਐਸੀ ਇਸ ਪਰਸੂਰਾਮ ਦੀ ਹਾਲਤ ਜਿਹੜੀ ਹੈ ਉਹ ਮਹਾਰਾਜ ਕਹਿੰਦੇ ਵੀ ਹੋਈ ਹੈ। ਇਸ ਤਰ੍ਹਾਂ ਇਸ ਨੇ ਆਪਣੇ ਕੀਤੇ ਦਾ ਫਲ ਭੋਗਿਆ ਹੈ। ਅਜੈ ਸੋ ਰੋਵੇ ਭੀਖਿਆ ਖਾਏ। ਗੁਰਮੁਖੋ ਅਜੈ ਨਾਮ ਦਾ ਰਾਜਾ ਹੋਇਆ ਹੈ। ਇਹ ਭਗਵਾਨ ਰਾਮਚੰਦਰ ਜੀ ਦਾ ਵਿਦਵਾਨਾਂ ਨੇ ਲਿਖਿਆ ਵੀ ਦਾਦਾ ਹੈ, ਦਸ਼ਰਥ ਦਾ ਪਿਤਾ ਹੈ, ਜਿਸ ਨੂੰ ਅੱਜ ਰਾਜਾ ਵੀ ਕਿਹਾ ਜਾਂਦਾ, ਅਜੈ ਵੀ ਕਿਹਾ ਜਾਂਦਾ ਹੈ।
ਸੋ ਇੱਕ ਵਾਰੀ ਸ਼ਿਕਾਰ ਖੇਡਦਾ ਹੋਇਆ ਇਹ ਆਪਣੇ ਘੋੜਿਆਂ ਦੇ ਤਬੇਲੇ ਵਿੱਚ ਘੋੜਿਆਂ ਨੂੰ ਵੇਖਦਾ ਪਿਆ। ਇੰਨੇ ਚਿਰ ਨੂੰ ਇੱਕ ਸਾਧੂ ਆ ਗਿਆ। ਸਾਧੂ ਨੇ ਆਖਿਆ ਵੀ ਰਾਜਾ ਦਾਨ ਦੇ। ਇਸ ਨੇ ਮਖੌਲ ਕੀਤਾ, ਕਹਿਣ ਲੱਗਾ ਘੋੜਿਆਂ ਦੇ ਤਬੇਲੇ ਵਿੱਚ ਤੇ ਲਿੱਦ ਹੀ ਹੁੰਦੀ ਹੈ, ਜੇ ਕਵੇਂ ਤੇ ਲਿੱਦ ਦਾਨ ਕਰਦੇ ਹਾਂ। ਉਹ ਸਾਧੂ ਕੋਈ ਰੱਬ ਦਾ ਫਕੀਰ ਸੀਗਾ। ਰੱਬ ਦੀ ਮੌਜ ਵਿੱਚ ਉਹਨੇ ਸੁਭਾਵਿਕ ਹੀ ਕਹਿ ਦਿੱਤਾ ਜੋ ਤੇਰੀ ਇੱਛਾ ਕਰ ਦੇ। ਇਹਨੇ ਬੁੱਕ ਭਰਿਆ ਲਿੱਦ ਦਾ ਤੇ ਸਾਧੂ ਦੀ ਝੋਲੀ ਵਿੱਚ ਪਾ ਦਿੱਤਾ। ਸਾਧੂ ਨੇ ਬਚਨ ਕਰ ਦਿੱਤਾ ਵੀ ਕੋਈ ਗੱਲ ਨਹੀਂ, ਤੇਰਾ ਦਿੱਤਾ ਹੋਇਆ ਦਾਨ ਵਧੇ ਫੁੱਲੇ। ਇਸ ਤਰ੍ਹਾਂ ਕਹਿ ਕੇ ਆਪਣੇ ਆਸ਼ਰਮ ਦੇ ਵਿੱਚ ਚਲਾ ਗਿਆ। ਬਾਹਰ ਜਾ ਕੇ ਉਹਨੇ ਬੁੱਕ ਸੁੱਟ ਦਿੱਤਾ। ਸਮਾਂ ਬਤੀਤ ਹੋਇਆ, ਕੁਝ ਸਾਲ ਲੰਘੇ, ਉਹ ਬੁੱਕ ਤੋਂ ਇੱਕ ਢੇਰ ਬਣ ਗਿਆ। ਰਾਜਾ ਫਿਰ ਕਿਤੇ ਜੰਗਲ ਵਿੱਚ ਗਿਆ ਤੇ ਮਨ ਵਿੱਚ ਸੋਚਦਾ ਹੈ ਇਹ ਐਡਾ ਢੇਰ ਬਣਿਆ, ਲਿੱਦ ਕਿੱਥੋਂ ਆਈ ਹੈ? ਇਸ ਰਿਖੀ ਦੇ ਕੋਲ ਜਾਂ ਸਾਧੂ ਦੇ ਕੋਲ ਘੋੜਾ ਤੇ ਕੋਈ ਹੈ ਨਹੀਂ ਹੈ। ਉਸ ਵੇਲੇ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਭੇਜ ਕੇ ਤੇ ਪੁੱਛਿਆ, ਕਹਿੰਦਾ ਜਾਓ ਪੁੱਛ ਕੇ ਆਓ ਸਾਧੂ ਨੂੰ ਵੀ ਇਹ ਲਿੱਦ ਦਾ ਢੇਰ ਕਿੱਥੋਂ ਆਇਆ ਹੈ। ਉਹ ਸਾਧੂ ਕਹਿਣ ਲੱਗਾ ਵੀ ਰਾਜੇ ਨੇ ਦਾਨ ਕੀਤਾ ਹੈ। ਜਦੋਂ ਇਹ ਪਤਾ ਲੱਗਾ ਵੀ ਮੈਂ ਦਾਨ ਕੀਤਾ ਹੈ, ਫਿਰ ਇਹ ਰਾਜਾ ਜਾ ਕੇ ਸ਼ਰਨ ਵਿੱਚ ਪੈ ਗਿਆ। ਮੇਰੇ ਤੋਂ ਗਲਤੀ ਹੋ ਗਈ ਜੀ, ਮੈਨੂੰ ਮਾਫ ਕਰ ਦਿਓ। ਇਹ ਜਿਹੜੀ ਲਿੱਦ ਹੈ ਮੈਂ ਸੁਣਿਆ ਵੀ ਇਹ ਦਾਨ ਖਾਣਾ ਪੈਂਦਾ ਹੈ। ਕਹਿਣ ਲੱਗੇ ਬਿਲਕੁਲ ਖਾਣਾ ਪਵੇਗਾ। ਫਿਰ ਇਸ ਨੇ ਚਰਨ ਫੜ ਕੇ ਆਖਿਆ ਵੀ ਇਹ ਤੋਂ ਛੁਟਕਾਰਾ ਕਰਾਓ, ਕਿਵੇਂ ਹੋ ਸਕਦਾ? ਉਹ ਸਾਧੂ ਕਹਿਣ ਲੱਗੇ ਆਪਣੀ ਨਿੰਦਿਆ ਕਰਵਾ ਦੁਨੀਆ ਕੋਲੋਂ। ਜਿਵੇਂ ਜਿਵੇਂ ਦੁਨੀਆ ਤੇਰੀ ਨਿੰਦਿਆ ਕਰੇਗੀ ਉਵੇਂ ਉਵੇਂ ਲਿੱਦ ਦਾ ਭਾਰ ਘਟ ਜਾਵੇਗਾ। ਇਸ ਨੇ ਦੁਨੀਆ ਕੋਲੋਂ ਆਪਣੀ ਨਿੰਦਿਆ ਕਰਵਾਈ ਕਿ ਵੇਖੋ ਜੀ, ਰਾਜਾ ਤੇ ਭਾਵੇਂ ਬੜਾ ਚੰਗਾ ਸੀ ਪਰ ਸਾਧੂ ਨੂੰ ਲਿੱਦ ਬੁੱਕ ਦਾ ਦਾਨ ਕੀਤਾ ਹੈ। ਤੁਸੀਂ ਇੱਕ ਨਿੰਦਿਆ ਦਾ ਵਚਨ ਕਰੋਗੇ, ਅਗਲਾ ਅੱਗੋਂ 5-7 ਹੋਰ ਕਰਦਾ ਵੀ ਰਾਜਾ ਇਸ ਤਰ੍ਹਾਂ ਦਾ ਹੈ, ਰਾਜਾ ਇਸ ਤਰ੍ਹਾਂ ਦਾ ਹੈ। ਸਾਰੀ ਦੁਨੀਆ ਕੋਲੋਂ ਨਿੰਦਿਆ ਕਰਾਉਂਦਾ ਪਿਆ। ਵਿਦਵਾਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਇਹ ਬਾਜ਼ਾਰ ਦੇ ਵਿੱਚ ਆਪਣੀ ਲੜਕੀ ਲੈ ਕੇ ਖੜ ਗਿਆ ਸੀਗਾ। ਦੁਨੀਆ ਦੇ ਸਾਹਮਣੇ ਮਾੜੀਆਂ ਹਰਕਤਾਂ ਕਰਕੇ ਵਿਖਾਈਆਂ। ਉਹ ਦੁਨੀਆ ਦੇ ਲੋਕ ਨਿੰਦਿਆ ਕਰਨ ਲੱਗ ਪਏ ਵੀ ਕਿਹੋ ਜਿਹਾ ਇਹ ਰਾਜਾ ਹੈ ਜਿਹੜਾ ਐਸੀਆਂ ਮਾੜੀਆਂ ਹਰਕਤਾਂ ਕਰਦਾ ਹੈ। ਇਸ ਤਰ੍ਹਾਂ ਨਿੰਦਿਆ ਕਰਵਾ ਕੇ ਉਹ ਲਿੱਦ ਦਾ ਦਾਨ ਸਾਰਿਆਂ ਵਿੱਚ ਵੰਡ ਕੇ ਸਾਰਿਆਂ ਨੂੰ ਖਵਾਇਆ। ਪਰ ਉਹ ਬੁੱਕ ਉਸੇ ਤਰ੍ਹਾਂ ਹੀ, ਜਿਹੜਾ ਮੂਲ ਧਨ ਸੀ ਉਸੇ ਤਰ੍ਹਾਂ ਹੀ ਪਿਆ ਰਿਹਾ, ਉਹ ਨਹੀਂ ਖਤਮ ਹੋਇਆ ਹੈ। ਫਿਰ ਜਾ ਕੇ ਇਸਨੇ ਉਹ ਸਾਧੂ ਨੂੰ ਪੁੱਛਿਆ ਜੀ ਆਹ ਬੁੱਕ ਰਹਿ ਗਿਆ ਵਾਪਸ। ਉਹ ਕਹਿਣ ਲੱਗੇ ਭਾਈ ਇਹ ਤੇ ਹੁਣ ਕੋਈ ਪੂਰਨ ਮਹਾਤਮਾ, ਕੋਈ ਬ੍ਰਹਮ ਗਿਆਨੀ, ਕੋਈ ਜਪੀ ਤਪੀ ਬੰਦਾ ਨਿੰਦਿਆ ਕਰੇਗਾ ਤਾਂ ਇਹ ਤੇਰਾ ਮੂਲ ਜਿਹੜਾ ਬੁੱਕ ਹੈ ਇਹ ਖਤਮ ਹੋਣਾ ਹੈ। ਕਿਸੇ ਪਹੁੰਚੇ ਹੋਏ ਮਹਾਤਮਾ ਕੋਲ ਜਾ ਕੇ ਆਪਣੀ ਨਿੰਦਿਆ ਕਰਾਉਣ ਵਾਸਤੇ ਇਹ ਜਿਹੜਾ ਅਜੈ ਰਾਜਾ ਹੈ ਇਹਨੇ ਜਾ ਕੇ ਗੱਲ ਕੀਤੀ। ਕਹਿਣ ਲੱਗਾ ਜੀ ਇਸ ਤਰ੍ਹਾਂ ਰਾਜੇ ਨੇ ਆਹ ਕੰਮ ਕੀਤਾ ਹੈ। ਉਹ ਸਾਧੂ ਅੱਗੋਂ ਹੱਸ ਪੈ, ਕਹਿਣ ਲੱਗੇ ਰਾਜਨ ਗੱਲ ਇਹ ਹੈ ਲਿੱਦ ਦਾ ਦਾਨ ਤੂੰ ਕੀਤਾ ਹੈ, ਕਿਰਪਾ ਕਰਕੇ ਤੂੰ ਆਪ ਹੀ ਖਾ, ਅਸੀਂ ਤੇਰੀ ਲਿੱਦ ਖਾ ਨਹੀਂ ਸਕਦੇ, ਸਾਡੇ ਕੋਲੋਂ ਨਿੰਦਿਆ ਨਾ ਕਰਵਾ। ਜਦੋਂ ਇਹ ਬਚਨ ਸੁਣਿਆ ਉਸ ਵੇਲੇ ਪਤਾ ਲੱਗ ਗਿਆ ਵੀ ਨਹੀਂ ਇਹ ਆਪਣਾ ਕੀਤਾ, ਆਪੇ ਹੀ ਖਾਣਾ ਪੈਣਾ ਹੈ, ਆਪੇ ਬੀਜ ਆਪੇ ਹੀ ਖਾਓ। ਉਸ ਵੇਲੇ ਫਿਰ ਇਹ ਜਿਹੜਾ ਅਜੈ ਰਾਜਾ ਹੈ ਇਸ ਤਰ੍ਹਾਂ ਉਸ ਲਿੱਦ ਨੂੰ ਖਾਂਦਾ ਹੈ। ਮਹਾਰਾਜ ਕਹਿਣ ਲੱਗੇ ਵੇਖੋ ਦਸ਼ਰਥ ਦਾ ਇਹ ਪਿਤਾ ਹੈ ਅੱਜ ਰਾਜਾ, ਤੇ ਲਿੱਦ ਖਾ ਖਾ ਕੇ ਰੋਂਦਾ ਪਿਆ। ਸਮੇਂ ਦੇ ਅਵਤਾਰ ਦਾ ਦਾਦਾ ਹੋਵੇ ਤੇ ਘੋੜੇ ਦੀ ਲਿੱਦ ਖਾਣੀ ਪਵੇ। ਨਾਨਕ ਦੁਖੀਆ ਸਭ ਸੰਸਾਰ। ਇਸੇ ਪੰਕਤੀ ਵਿੱਚੋਂ ਇੱਕ ਸਾਖੀ ਹੋਰ ਬਖਸ਼ਿਸ਼ ਕਰਦੇ ਹਨ। ਅਜੇ ਸੋ ਰੋਵੈ ਭੀਖਿਆ ਖਾਏ। ਸੋ ਇੱਕ ਵਿਦਵਾਨਾਂ ਨੇ ਘਟਨਾ ਇਹ ਵੀ ਲਿਖੀ ਹੈ ਕਿ ਜਦੋਂ ਇਸ ਅੱਜ ਰਾਜੇ ਦਾ ਵਿਆਹ ਇੱਕ ਰਾਣੀ ਦੇ ਨਾਲ ਹੋਇਆ ਨਾ, ਉਹਦੇ ਨਾਲ ਬੜਾ ਇਹ ਮੋਹ ਕਰਦਾ ਸੀ। ਸਮਾਂ ਪੈਣ 'ਤੇ ਉਹ ਰਾਣੀ ਨੇ ਆਖਿਆ ਮੇਰੀ ਉਮਰਾਂ ਪੂਰੀ ਹੋ ਗਈ ਹੈ, ਮੈਂ ਆਪਣਾ ਸਰੀਰ ਛੱਡ ਕੇ ਹੁਣ ਸਵਰਗਾਂ ਨੂੰ ਚੱਲੀ ਹਾਂ। ਇਸ ਅੱਜ ਰਾਜੇ ਨੇ ਆਖਿਆ ਵੀ ਨਹੀਂ, ਮੇਰਾ ਤੇਰੇ ਬਿਨਾਂ ਮਨ ਨਹੀਂ ਲੱਗਣਾ ਹੈ, ਤੂੰ ਮੈਨੂੰ ਛੱਡ ਕੇ ਨਾ ਜਾ। ਉਹ ਰਾਣੀ ਕਹਿਣ ਲੱਗੀ ਵੀ ਨਹੀਂ ਮੈਂ ਤੇ ਸਵਰਗਾਂ ਨੂੰ ਚੱਲੀ ਹਾਂ, ਮੇਰਾ ਸਮਾਂ ਪੂਰਾ ਹੋ ਗਿਆ ਹੈ। ਉਸ ਰਾਣੀ ਦੇ ਵਿਯੋਗ ਦੇ ਵਿੱਚ ਇਹ ਜਿਹੜਾ ਅੱਜ ਰਾਜਾ ਸੀ ਉਸ ਵੇਲੇ ਫਕੀਰ ਬਣ ਗਿਆ ਸੀ। ਸਭ ਕੁਝ ਇਸਨੇ ਰਾਜ ਭਾਗ ਆਪਣੇ ਪੁੱਤਰ ਦਸ਼ਰਥ ਨੂੰ ਦੇ ਕੇ ਫਕੀਰ ਬਣ ਕੇ ਜੰਗਲਾਂ ਵਿੱਚ ਚਲੇ ਗਿਆ। ਹੱਥ ਵਿੱਚ ਭਾਂਡਾ ਫੜ ਕੇ ਤੇ ਮੰਗਦਾ ਫਿਰਦਾ ਹੈ, ਮੰਗ ਮੰਗ ਕੇ ਖਾਂਦਾ ਹੈ। ਕਿੱਥੇ ਇਹ ਰਾਜਾ ਹੈ ਅਯੁੱਧਿਆ ਦਾ, ਕਿੱਥੇ ਰਾਜ ਭਾਗ ਛੱਡ ਕੇ ਆਪਣੀ ਘਰਵਾਲੀ ਦੇ ਵਿਯੋਗ ਦੇ ਵਿੱਚ ਫਕੀਰ ਬਣ ਕੇ ਤੇ ਮੰਗਦਾ ਫਿਰਦਾ ਹੈ। ਮਹਾਰਾਜ ਕਹਿਣ ਲੱਗੇ ਅਜੈ ਸਰੂਵੈ ਭਿਖਿਆ ਖਾਏ। ਇਸ ਤਰ੍ਹਾਂ ਅਜੈ ਨਾਮ ਦਾ ਰਾਜਾ ਦੁਨੀਆ ਕੋਲੋਂ ਮੰਗ ਮੰਗ ਕੇ ਰੋਟੀ ਖਾਂਦਾ ਹੈ। ਉਹ ਵੀ ਰੋਂਦਾ ਦੁਨੀਆ ਨੇ ਸੰਸਾਰ ਵਿੱਚ ਵੇਖਿਆ ਹੈ। ਨਾਨਕ ਦੁਖੀਆ ਸਭ ਸੰਸਾਰ। ਦੁਨੀਆ 'ਤੇ ਸੁਖੀ ਕੋਈ ਨਹੀਂ ਹੈ। ਭਾਵੇਂ ਇੰਦਰ ਰਾਜਾ ਹੈ ਉਹ ਵੀ ਰੋਂਦਾ ਪਿਆ ਹੈ,
ਭਾਵੇਂ ਪਰਸ਼ੂਰਾਮ ਨੂੰ ਅਵਤਾਰ ਮੰਨਿਆ ਹਿੰਦੂ ਧਾਰਮਿਕ ਗ੍ਰੰਥਾਂ ਨੇ, ਉਹ ਵੀ ਰੋਂਦਾ ਦੁਨੀਆ ਵਿੱਚ ਵੇਖਿਆ ਗਿਆ ਹੈ। ਭਾਵੇਂ ਅਜੈ ਨਾਮ ਦਾ ਰਾਜਾ ਹੋਵੇ, ਦਸ਼ਰਥ ਦਾ ਪਿਤਾ ਹੀ ਕਿਉਂ ਨਾ ਹੋਵੇ, ਉਹ ਵੀ ਦੁਨੀਆ ਵਿੱਚ ਆਪਣੇ ਕੀਤੀ ਹੋਈ ਗਲਤੀ ਕਾਰਨ ਕਰਕੇ ਰੋਂਦਾ ਵੇਖਿਆ ਗਿਆ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਐ ਸ਼ਾਹੂਕਾਰ ਤੂੰ ਰੋ ਨਾ, ਇਹ ਦੁਨੀਆ ਸਾਰੀ ਦੁਖੀ ਹੈ। ਅਸੀਂ ਵੱਡੇ ਵੱਡੇ ਜਿਹੜੇ ਬੰਦੇ ਨੇ ਉਹਨਾਂ ਦਾ ਨਾਮ ਇੱਥੇ ਜ਼ਿਕਰ ਕਰਦੇ ਪਏ ਵੀ ਉਹ ਵੀ ਦੁਨੀਆ ਵਿੱਚੋਂ ਰੋਂਦੇ ਹੀ ਤੁਰ ਗਏ ਹਨ। ਐਸੀ ਦਰਗਾਹ ਮਿਲਾਏ ਸਜਾਏ, ਜੋ ਪ੍ਰਮਾਤਮਾ ਦੀ ਦਰਗਾਹ ਹੈ ਨਾ, ਉੱਥੇ ਐਸੀਆਂ ਸਜ਼ਾਵਾਂ ਮਿਲਦੀਆਂ ਨੇ, ਇਸ ਤਰ੍ਹਾਂ ਦੀ ਸਜ਼ਾ ਉਹਦੀ ਦਰਗਾਹ ਦੇ ਵਿੱਚ ਪ੍ਰਾਪਤ ਹੁੰਦੀ ਹੈ। ਰਾਮ ਨਿਕਾਲਾ ਪਿਆ, ਕਹਿਣ ਲੱਗੇ ਜਿਸ ਵੇਲੇ ਰਾਮਚੰਦਰ ਜੀ ਦਾ ਨਿਕਾਲਾ ਹੋਇਆ ਨਾ, ਯੁੱਧਿਆ ਵਿੱਚੋਂ ਬਾਹਰ ਜਾਣ ਵਾਸਤੇ 14 ਸਾਲ ਦੇ ਬਨਵਾਸ ਨੂੰ ਤੁਰੇ ਹਨ, ਉਸ ਵੇਲੇ ਭਗਵਾਨ ਰਾਮਚੰਦਰ ਜੀ ਵੀ ਰੋਂਦੇ ਹਨ। ਸੀਤਾ ਲక్ష్మణ ਵਿਛੜ ਗਿਆ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਸੀਤਾ ਤੇ ਲక్ష్మణ ਦਾ ਵਿਛੋੜਾ ਜਿਸ ਵੇਲੇ ਪਿਆ, ਉਸ ਵੇਲੇ ਵੀ ਰੋਏ ਨੇ। ਕਈ ਸਾਖੀਆਂ ਵਿਦਵਾਨਾਂ ਨੇ ਲਿਖੀਆਂ ਹਨ। ਕਹਿਣ ਲੱਗੇ ਜਿਸ ਵੇਲੇ ਸੀਤਾ ਜੀ ਦਾ ਵਿਆਹ ਹੋਇਆ ਨਾ ਰਾਮਚੰਦਰ ਜੀ ਦੇ ਨਾਲ, ਬੜੀਆਂ ਲੰਮੀਆਂ ਸਾਖੀਆਂ, ਸਮਾਂ ਆਪਣੇ ਕੋਲ ਸੀਮਤ ਹੈ। ਸਵੰਬਰ ਰਚਿਆ ਗਿਆ। ਸਵੰਬਰ ਦੇ ਵਿੱਚ ਸ਼ਰਤ ਇਹ ਰੱਖੀ ਗਈ, ਜਿਹੜਾ ਧਨੁੱਖ ਨੂੰ ਜਿਹੜਾ ਹੈ ਚਿੱਲਾ ਚਾੜ ਦੇਵੇਗਾ, ਤੰਦੀ ਚਾੜ ਦੇਵੇਗਾ, ਉਹਦੇ ਨਾਲ ਸੀਤਾ ਜੀ ਦਾ ਵਿਆਹ ਹੋਵੇਗਾ। ਇਹ ਧਨੁੱਖ ਕਹਿੰਦੇ ਸ਼ਿਵ ਜੀ ਦਾ ਹੈ, ਜਿਸ ਨੂੰ ਕੋਈ ਚੁੱਕ ਨਹੀਂ ਸਕਦਾ ਹੈ। ਕੋਈ ਵੀ ਰਾਜਾ ਚੁੱਕ ਨਹੀਂ ਸੀ ਸਕਿਆ, ਤੇ ਰਾਮਚੰਦਰ ਜੀਆਂ ਨੇ ਉਹ ਚਿੱਲਾ ਚਾੜਨ ਵੇਲੇ ਉਹ ਧਨੁੱਖ ਤੋੜ ਦਿੱਤਾ ਸੀ। ਤੇ ਇਸ ਤਰ੍ਹਾਂ ਸੀਤਾ ਜੀ ਦਾ ਵਿਆਹ ਜਿਹੜਾ ਹੈ ਉਹ ਰਾਮਚੰਦਰ ਜੀ ਦੇ ਨਾਲ ਹੋਇਆ ਸੀ। ਜਿਸ ਵੇਲੇ ਰਾਮਚੰਦਰ ਜੀ ਡੋਲੀ ਲੈ ਕੇ ਤੁਰਨ ਲੱਗੇ, ਉਸ ਵੇਲੇ ਸੀਤਾ ਜੀ ਦੀ ਮਾਂ ਨੇ ਇਹ ਗੱਲ ਆਖੀ ਸੀ, ਕਹਿਣ ਲੱਗੀ, ਸੀਤਾ ਤੂੰ ਆਪਣੇ ਪਤੀ ਦੀ ਪਰਛਾਈ ਬਣ ਕੇ ਰਹਿਣਾ ਹੈ। ਜੇ ਇਹ ਰਾਜ ਭਾਗ ਤੇ ਬੈਠੇ ਤੇ ਤੂੰ ਰਾਜ ਭਾਗ ਦੇ ਸੋਖੇ ਦੇ ਨਾਲ ਹੀ ਲੈਣੇ। ਜੇ ਕਿਸੇ ਸਮੇਂ ਨੂੰ ਜੰਗਲ ਵਿੱਚ ਵੀ ਜਾਣਾ ਪਵੇ, ਕਿਤੇ ਕੋਈ ਦੁੱਖ ਦਾ ਸਮਾਂ ਆ ਜਾਵੇ, ਤੇ ਉਹ ਜੰਗਲ ਦੇ ਵਿੱਚ ਵੀ ਤੂੰ ਨਾਲ ਹੀ ਰਹਿਣਾ ਹੈ। ਆਪਣੇ ਪਤੀ ਦੀ ਪਰਛਾਈ ਬਣ ਕੇ ਰਹੀਂ, ਇਹਦੀ ਸੇਵਾ ਵਿੱਚ ਰਹੀਂ ਹਰ ਵੇਲੇ, ਇਹ ਤੋਂ ਕਦੇ ਦੂਰ ਨਹੀਂ ਹੋਣਾ ਹੈ। ਇਹ ਸਿੱਖਿਆ ਹੈ ਜਿਸ ਵੇਲੇ ਸੀਤਾ ਜੀ ਦੀ ਡੋਲੀ ਤੁਰੀ ਹੈ ਉਸ ਦੀ ਮਾਤਾ ਦੇ ਵੱਲੋਂ। ਜਿਸ ਵੇਲੇ ਭਗਵਾਨ ਜੀ ਆਪਣੇ ਨਗਰ ਆ ਗਏ, ਲੰਮੀ ਸਾਖੀ ਹੈ ਕਿ ਉਸ ਵੇਲੇ ਬਨਵਾਸ ਦਾ ਜਿਹੜਾ ਬਚਨ ਹੈ ਉਹ ਇਹਨਾਂ ਦੀ ਮਾਤਾ ਜੀ ਨੇ, ਜਿਹੜੀ ਸੁਤੇਲੀ ਮਾਤਾ ਹੈ, ਉਹਨੇ ਦਸ਼ਰਥ ਜੀ ਦੇ ਕੋਲੋਂ 2 ਬਚਨ ਮੰਗੇ ਸਨ। ਇੱਕ ਆਪਣੇ ਪੁੱਤਰ ਭਰਤ ਨੂੰ ਰਾਜ ਮੰਗਿਆ, ਤੇ ਦੂਜਾ ਜਿਹੜਾ ਹੈ ਰਾਮ ਜੀਆਂ ਨੂੰ 14 ਸਾਲ ਦਾ ਬਨਵਾਸ ਮੰਗਿਆ। ਹੁਣ ਉਹ ਕਿਤੇ ਬਚਨ ਕੋਈ ਦਿੱਤੇ ਹੋਏ ਸਨ ਪਹਿਲਾਂ, ਜਿਵੇਂ ਆਪਾਂ ਕਹਿੰਦੇ ਹਾਂ ਵੀ ਜ਼ੁਬਾਨ ਕੀਤੀ ਹੋਈ ਹੈ। ਉਹਨਾਂ ਸਮਿਆਂ ਵਿੱਚ ਜ਼ੁਬਾਨ ਦੀ ਕੀਮਤ ਹੈ। ਅੱਜ ਨਾ ਜ਼ੁਬਾਨ ਦੀ ਕੀਮਤ ਰਹਿ ਗਈ ਹੈ, ਨਾ ਕਾਗਜ਼ ਦੀ ਕੀਮਤ ਰਹਿ ਗਈ ਹੈ। ਜ਼ੁਬਾਨ ਤੋਂ ਤਾਂ ਲੋਕ ਮੁੱਕਰ ਹੀ ਜਾਂਦੇ, ਲਿਖੇ ਹੋਏ ਕਾਗਜ਼ ਤੋਂ ਵੀ ਲੋਕ ਮੁੱਕਰ ਜਾਂਦੇ। ਕਲਯੁਗ ਦਾ ਸਮਾਂ ਐਸਾ ਆ ਗਿਆ ਹੈ। ਪਰ ਉਦੋਂ ਲੋਕ ਜ਼ੁਬਾਨ ਦੀ ਕੀਮਤ ਵੀ ਰੱਖਦੇ ਸਨ। ਜੰਗ ਦੇ ਵਿੱਚ ਦਸ਼ਰਥ ਜੀ ਲੜਦੇ ਪਏ, ਤੇ ਇਹਨਾਂ ਦੇ ਰੱਥ ਦਾ ਜਿਹੜਾ ਪਹੀਆ ਸੀ ਨਿਕਲ ਚੱਲਿਆ ਸੀ। ਉਸ ਵੇਲੇ ਉਹਨਾਂ ਦੀ ਰਾਣੀ ਨੇ ਆਪਣੀ ਬਾਂਹ ਵਿੱਚ ਪਾ ਕੇ, ਉਂਗਲ ਪਾ ਕੇ ਉਸ ਪਹੀਏ ਨੂੰ ਰੋਕ ਕੇ ਰੱਖਿਆ। ਉਂਗਲ ਸਾਰੀ ਛਿੱਲੀ ਗਈ, ਲਹੂ ਨਿਕਲਣ ਲੱਗ ਪਿਆ। ਇਹ ਵੇਖ ਕੇ ਉਸ ਵੇਲੇ ਦਸ਼ਰਥ ਨੇ ਆਖਿਆ ਸੀ ਵੀ ਮੈਂ ਤੇਰੀ ਸੇਵਾ ਤੋਂ ਬਹੁਤ ਖੁਸ਼ ਹੋਇਆ ਹਾਂ, ਤੂੰ ਮੰਗ, ਤੈਨੂੰ ਕੀ ਚਾਹੀਦਾ, ਜੋ ਮੰਗੇਗੀ ਉਹ ਮੈਂ ਦੇ ਦਿਆਂਗਾ। ਉਸ ਵੇਲੇ ਰਾਣੀ ਨੇ ਆਖਿਆ ਸੀ ਵੀ ਮੈਂ ਮੰਗਾਂਗੀ ਜ਼ਰੂਰ, ਪਰ ਇਸ ਵੇਲੇ ਮੈਨੂੰ ਕੋਈ ਲੋੜ ਨਹੀਂ ਹੈ। ਇੱਕ ਸਮਾਂ ਆਵੇਗਾ ਉਦੋਂ ਮੈਂ ਮੰਗ ਲਵਾਂਗੀ, ਜਦੋਂ ਮੈਨੂੰ ਲੋੜ ਪਵੇਗੀ। ਤੇ ਜਦੋਂ ਰਾਮ ਜੀਆਂ ਨੂੰ ਬਨਵਾਸ ਦੇਣਾ ਹੈ, ਉਦੋਂ ਫਿਰ ਰਾਣੀ ਨੇ ਉਹ ਬਚਨ ਚੇਤੇ ਕਰਵਾਇਆ। ਕਹਿਣ ਲੱਗੀ ਵੀ ਜੰਗ ਵਿੱਚ ਮੈਂ ਤੇਰੀ ਜਾਨ ਬਚਾਈ ਸੀ, ਤੇ ਤੂੰ ਮੈਨੂੰ ਕਿਹਾ ਸੀ ਵੀ ਜੋ 2 ਚੀਜ਼ਾਂ ਮੰਗੇਗੀ ਮੈਂ ਦੇ ਦਿਆਂਗਾ। ਹੁਣ ਉਹ 2 ਚੀਜ਼ਾਂ ਦੇ ਮੰਗਣ ਦਾ ਸਮਾਂ ਆ ਗਿਆ ਹੈ। ਪਹਿਲੀ ਚੀਜ਼ ਤੇ ਇਹ ਹੈ ਕਿ ਮੇਰੇ ਪੁੱਤਰ ਨੂੰ ਰਾਜ ਮਿਲੇ। ਮੇਰੀ ਸ਼ੌਂਕਣ ਦੇ ਪੁੱਤਰ ਨੂੰ, ਰਾਮ ਜੀ ਨੂੰ ਰਾਜ ਨਹੀਂ ਮਿਲਣਾ ਚਾਹੀਦਾ, ਮੇਰੇ ਪੁੱਤਰ ਭਰਤ ਨੂੰ ਮਿਲਣਾ ਚਾਹੀਦਾ। ਪਹਿਲੀ ਮੰਗ ਇਹ ਹੈ। ਦੂਜੀ ਮੰਗ ਇਹ ਆ ਵੀ ਲੋਕ ਵਿਦਰੋਹ ਨਾ ਕਰ ਦੇਣ ਵੀ ਵੱਡੇ ਨੂੰ ਛੱਡ ਕੇ ਛੋਟੇ ਨੂੰ ਰਾਜ ਦਿੱਤਾ ਹੈ, ਤੇ ਲੋਕ ਪਿਆਰ ਕਰਦੇ ਨੇ ਭਗਵਾਨ ਰਾਮਚੰਦਰ ਜੀਆਂ ਨੂੰ। ਇਸ ਕਰਕੇ ਇਹ ਇੱਥੇ ਦਿਸਣਾ ਨਹੀਂ ਚਾਹੀਦਾ। 14 ਸਾਲ ਵਾਸਤੇ ਜੰਗਲ ਵਿੱਚ ਜਾਵੇ, ਉਹਨੇ ਚਿਰ ਨੂੰ ਮੇਰਾ ਪੁੱਤਰ ਰਾਜ ਭਾਗ ਸਾਂਭ ਲਵੇਗਾ, ਦਬਦਬਾ ਬਣ ਜਾਵੇਗਾ, ਫਿਰ ਚਲੋ ਕਿੰਨੇ ਪੁੱਛਣਾ ਹੈ। ਇਹ 2 ਉਸ ਵੇਲੇ ਦਾਤਾਂ ਜਿਹੜੀਆਂ ਸਨ ਮੰਗੀਆਂ, ਤੇ ਉਸ ਵੇਲੇ ਦਸ਼ਰਥ ਨੂੰ ਨਾ ਚਾਹੁੰਦਿਆਂ ਵੀ ਉਹ ਦੇਣੀਆਂ ਪਈਆਂ, ਕਿਉਂਕਿ ਬਚਨ ਕੀਤਾ ਸੀ ਵੀ ਸਮਾਂ ਆਵੇਗਾ ਜੋ ਮੰਗੇਗੀ ਅਸੀਂ ਦੇ ਦਿਆਂਗੇ। ਸੋ ਉਸ ਵੇਲੇ ਰਾਮਚੰਦਰ ਜੀ ਅਜੇ ਤੁਰੇ ਹੀ ਨੇ ਅਯੁੱਧਿਆ ਤੋਂ ਬਾਹਰ,
ਇਤਿਹਾਸ ਵਿੱਚ ਬਚਨ ਆਉਂਦਾ ਹੈ ਤੇ ਨਾਲ ਸੀਤਾ ਜੀ ਨਾਲ ਲక్ష్మణ ਵੀ ਚੱਲ ਪਏ ਵੀ ਅਸੀਂ ਵੀ ਨਾਲ ਜਾਣਾ ਹੈ। ਇਹ ਬਨਵਾਸ ਚਲੇ ਦੂ ਸੁੰਦਰ ਕੌਤਕ ਔਰ ਸੀ ਸੰਗ ਜੁਟੀ ਹੈ। ਜਦੋਂ ਅਜੇ ਬਾਹਰ ਹੀ ਨਿਕਲੇ ਨਾ ਅਯੁੱਧਿਆ ਤੋਂ ਤੇ ਸੀਤਾ ਜੀ ਨੇ ਪੁੱਛ ਲਿਆ ਥੋੜ੍ਹੇ ਜਿਹੇ ਕਦਮ ਚੱਲ ਕੇ, ਕਹਿਣ ਲੱਗੀ ਪਤੀ ਜੀ ਉਹ ਕੁਟੀਆ ਕਿੱਥੇ ਹੈ ਜਿੱਥੇ ਆਪਾਂ ਜਾ ਕੇ ਰਹਿਣਾ ਹੈ? ਉਹ ਕੁਟੀਆ ਕਿਹੋ ਜਿਹੀ ਬਣੀ ਹੋਵੇਗੀ, ਉੱਥੇ ਕਿਹੋ ਜਿਹੇ ਸੇਵਾਦਾਰ ਹੋਣਗੇ? ਉਹਨੂੰ ਇਹ ਨਹੀਂ ਨਾ ਪਤਾ ਵੀ ਜੰਗਲਾਂ ਵਿੱਚ ਦੁੱਖ ਬੜੇ ਨੇ। ਉਹਨੂੰ ਤਾਂ ਇਸ ਤਰ੍ਹਾਂ ਸੀ ਵੀ ਅੱਗੇ ਸਾਰਾ ਕੁਝ ਤਾਮ ਝਾਮ ਕੀਤਾ ਹੋਵੇਗਾ, ਜਾਂਦਿਆਂ ਹੀ ਸੇਵਾਵਾਂ ਹੋਣ ਲੱਗ ਪੈਣਗੀਆਂ। ਥੋੜ੍ਹਾ ਜਿਹਾ ਤੁਰ ਕੇ ਪਹਿਲਾਂ ਹੀ ਸਵਾਲ ਕਰ ਦਿੱਤਾ ਵੀ ਉਹ ਕੁਟੀਆ ਕਿੱਥੇ ਹੈ? ਪਾਏ ਨਾ ਕੋਸ ਚਲੀ। ਭਗਵਾਨ ਰਾਮ ਜੀ ਕਹਿੰਦੇ ਅਜੇ ਤੇ ਆਪਾਂ ਇੱਕ ਕੋਹ ਵੀ ਨਹੀਂ ਆਏ, ਜਾਂ ਆਪਾਂ ਕਹਿ ਲਈਏ ਵੀ 1-1.5 ਕਿਲੋਮੀਟਰ ਵੀ ਨਹੀਂ ਘਰੋਂ ਆਏ, ਤੇ ਤੂੰ ਹੁਣੇ ਹੀ ਪੁੱਛਦੀ ਪਈਆਂ ਵੀ ਉਹ ਕੁਟੀਆ ਕਿੱਥੇ ਹੈ ਜਿੱਥੇ ਆਪਾਂ ਜਾਣਾ ਹੈ। ਅੱਜ ਹੂੰ ਲੈ ਗਾਉਂ ਕੀ ਸੀਵ ਛੁੱਟੀ ਹੈ। ਭਗਵਾਨ ਜੀ ਕਹਿੰਦੇ ਅਜੇ ਤੇ ਆਪਣੇ ਅਯੁੱਧਿਆ ਦੀ ਆਪਾਂ ਸੀਮਾ ਚੋਂ ਬਾਹਰ ਨਹੀਂ ਗਏ, ਜਿਹਨੂੰ ਆਪਾਂ ਕਹਿੰਦੇ ਵੀ ਹੱਦ, ਅਜੇ ਤੇ ਆਪਣੇ ਸ਼ਹਿਰ ਦੀ ਹੱਦ ਤੋਂ ਨਹੀਂ ਬਾਹਰ ਨਿਕਲੇ। ਤੁਸੀਂ ਹੁਣੇ ਹੀ ਪੁੱਛ ਲਿਆ ਵੀ ਉਹ ਕੁਟੀਆ ਕਿੱਥੇ ਹੈ ਜਿੱਥੇ ਜਾ ਕੇ ਆਰਾਮ ਕਰਨਾ ਹੈ। ਹਾਂ ਧਰੇ ਘਟ ਬੂਝਤ ਰੰਮ ਹੈ। ਉਸ ਵੇਲੇ ਲਿਖਿਆ ਹੈ ਹਨੂਮਾਨ ਨਾਟਕ ਹੈ ਨਾ ਗ੍ਰੰਥ, ਇੱਕ ਹਿੰਦੂ ਧਾਰਮਿਕ ਗ੍ਰੰਥ ਹਨੂਮਾਨ ਨਾਟਕ ਉਸ ਨੂੰ ਕਿਹਾ ਜਾਂਦਾ। ਉਹਦੇ ਵਿੱਚ ਲਿਖਿਆ ਹੈ ਕਿ ਸੀਤਾ ਜੀ ਨੇ ਆਪਣੇ ਹੱਥ ਜਿਹੜੇ ਸਨ ਆਪਣੀ ਕਮਰ 'ਤੇ ਰੱਖ ਲਏ, ਆਪਣੇ ਲੱਕ 'ਤੇ ਹੱਥ ਰੱਖ ਕੇ ਪੁੱਛਿਆ, ਕਹਿਣ ਲੱਗੀ ਭਗਵਾਨ ਜੀ ਉਹ ਕਿੱਥੇ ਕੁ ਆਪਾਂ ਜਾਣਾ ਹੈ? ਨਾਥ ਕਹੋ ਕਹਾਂ ਕੁੰਜ ਕਟੀ ਹੈ। ਉਹ ਕਿੱਥੇ ਹੈ ਜਿੱਥੇ ਆਪਾਂ ਜਾਣਾ? ਉਹ ਕੁਟੀਆ ਕਿੱਥੇ ਸੁੰਦਰ ਬਣੀ ਹੈ? ਰੋਵਤ ਰਾਘਵ ਜੋਵਤ ਸੀਆ ਮੁਖ। ਰਾਮਚੰਦਰ ਜੀ ਸੀਤਾ ਵੱਲ ਪਿੱਛੇ ਮੁੜ ਕੇ ਵੇਖਿਆ ਤੇ ਭਗਵਾਨ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ। ਉਸ ਵੇਲੇ ਨੇਤਰ ਭਰ ਗਏ। ਸੀਤਾ ਵੱਲ ਵੇਖ ਕੇ ਕਹਿਣ ਲੱਗੇ, ਕਹਿੰਦੇ ਅਜੇ ਤੇ ਮੀਲ ਵੀ ਨਹੀਂ ਆਏ, ਅਜੇ ਤੇ ਜੰਗਲ ਵਿੱਚ ਜਾਣਾ ਹੈ, ਉੱਥੇ ਪਤਾ ਨਹੀਂ ਅਜੇ ਕੀ ਵਰਤਾਰਾ ਵਰਤਣਾ ਹੈ। ਤੂੰ 1 ਮੀਲ ਦਾ ਸਫ਼ਰ ਕਰਕੇ ਪੁੱਛਦੀ ਪਈਆਂ ਵੀ ਜਾਣਾ ਕਿੱਥੇ ਆ, ਤੇ ਹੱਥ ਲੱਕ 'ਤੇ ਰੱਖ ਲੈ। ਮਾਨੋ ਮੋਤਨ ਕੀ ਮਾਲ ਟੁੱਟੀ ਹੈ। ਜਿਵੇਂ ਮੋਤੀਆਂ ਦੀ ਮਾਲਾ ਟੁੱਟ ਜਾਵੇ ਨਾ ਤੇ ਉਹ ਖੇਰੂ ਹੋ ਜਾਂਦੇ, ਚੋਕੇ ਇਕੱਠੇ ਕਰਨੇ ਪੈਂਦੇ। ਮੰਨ ਲਓ ਵੀ ਅੱਜ ਮੋਤੀਆਂ ਦੀ ਮਾਲਾ ਹੀ ਟੁੱਟ ਗਈ ਹੈ। ਐਸੀ ਭਗਵਾਨ ਰਾਮ ਜੀਆਂ ਦੀ ਹਾਲਤ ਹੋਈ ਹੈ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਭਗਵਾਨ ਰਾਮਚੰਦਰ ਜੀ ਉਸ ਵੇਲੇ ਰੋਣ ਲੱਗ ਪਏ। ਫਿਰ ਮਹਾਰਾਜ ਫਰਮਾਉਂਦੇ ਹਨ ਸੀਤਾ ਲక్ష్మణ ਵਿਛੜ ਗਿਆ। ਦੂਜਾ ਬਚਨੇ ਕਰਦੇ ਜਦੋਂ ਭਗਵਾਨ ਜੀ ਫਿਰ ਅਗਸਤ ਮੁਨੀ ਨਾਮ ਦਾ ਇੱਕ ਰਿਸ਼ੀ ਹੋਇਆ, ਉਹਦੇ ਆਸ਼ਰਮ ਦੇ ਵਿੱਚ ਪਹੁੰਚੇ ਸਨ। ਸਾਧੂਆਂ ਵਾਲਾ ਭੇਸ ਵੇਖ ਕੇ ਮੁਨੀ ਜੀ ਨੇ ਪੁੱਛਿਆ ਰਾਮ ਜੀ ਇਹ ਕੀ ਬਣਿਆ ਹੈ? ਤੇ ਉਸ ਵੇਲੇ ਦੱਸਿਆ ਰਾਮ ਜੀ ਨੇ ਵੀ ਸਾਡੇ ਪਿਤਾ ਜੀ ਜਿਹੜੇ ਨੇ ਉੱਥੇ ਹੀ ਖਬਰ ਮਿਲੀ ਸੀ ਵੀ ਦਸ਼ਰਥ ਜੀ ਜਿਹੜੇ ਚੜ੍ਹਾਈ ਕਰ ਗਏ, ਸਰੀਰ ਛੱਡ ਗਏ ਅਤੇ ਸਾਨੂੰ ਬਨਵਾਸ ਮਿਲਿਆ ਹੈ। ਇਹ ਖਬਰ ਸੁਣਾਉਂਦਿਆਂ ਉੱਥੇ ਭਗਵਾਨ ਰਾਮਚੰਦਰ ਜੀ ਰੋਣ ਲੱਗ ਪਏ ਸਨ। ਅਗਸਤ ਮੁਨੀ ਦੇ ਕੋਲ ਜਾ ਕੇ ਕਹਿਣ ਲੱਗੇ ਰੋਵੈ ਰਾਮ ਨਿਕਾਲਾ ਭਇਆ। ਇਸ ਤਰ੍ਹਾਂ ਜਦੋਂ ਦੇਸ਼ ਨਿਕਾਲਾ ਮਿਲਿਆ ਰਾਮਚੰਦਰ ਜੀ ਭਗਵਾਨ ਰੋਂਦੇ ਪਏ। ਫਿਰ ਫਰਮਾਉਂਦੇ ਹਨ ਸੀਤਾ ਲక్ష్మణ ਵਿਛੜ ਗਿਆ। ਜਿਸ ਵੇਲੇ ਸੀਤਾ ਦਾ ਵਿਛੋੜਾ ਹੋਇਆ ਉਸ ਵੇਲੇ ਕਹਿਣ ਲੱਗੇ ਭਗਵਾਨ ਜੀ ਰੋਂਦੇ, ਜਿਨ ਸੀਤਾ ਆਂਦੀ ਡੋਰੂ ਆਏ। ਜਿਹੜਾ ਰਾਵਣ ਹੈ ਸੀਤਾ ਨੂੰ ਚੁੱਕ ਕੇ ਲੈ ਗਿਆ, ਤੇ ਉਸ ਵੇਲੇ ਵਿਛੋੜੇ ਵਿੱਚ ਵੀ ਰਾਮ ਜੀ ਰੋਂਦੇ ਪਏ। ਮੇਘਨਾਥ ਨੇ ਬਰਸ਼ੀ ਮਾਰ ਕੇ ਉਸ ਵੇਲੇ ਲక్ష్మణ ਨੂੰ ਮੂਰਛਿਤ ਕੀਤਾ। ਆਪਣੇ ਭਰਾ ਨੂੰ ਮੂਰਛਿਤ ਵੇਖ ਕੇ ਰਾਮ ਜੀ ਰੋਂਦੇ ਪਏ ਹਨ। ਰੋਵੈ ਦੈਸਰ ਲੰਕ ਗਵਾਏ। ਸੀਤਾ ਲక్ష్మణ ਵਿਛੜ ਗਿਆ। ਇਸ ਤਰੀਕੇ ਦੇ ਨਾਲ ਸੀਤਾ ਦਾ ਵਿਛੋੜਾ ਪਿਆ ਤਾਂ ਰੋਂਦੇ ਪਏ। ਰੁੱਖਾਂ ਨੂੰ ਪੁੱਛਦੇ ਪਏ ਦੌੜ ਕੇ ਕਿ ਰੁੱਖੋ ਤੁਸੀਂ ਮੇਰੀ ਸੀਤਾ ਨੂੰ ਨਹੀਂ ਵੇਖਿਆ ਹੈ। ਪੰਛੀਆਂ ਨੂੰ ਪੁੱਛਦੇ ਪਏ ਤੁਸੀਂ ਸੀਤਾ ਨੂੰ ਨਹੀਂ ਵੇਖਿਆ ਹੈ। ਚੱਕਵੀ ਚੱਕਵਾ ਆਪਸ ਵਿੱਚ ਕਲੋਲ ਕਰਦੇ ਪਏ। ਉਹਨਾਂ ਨੂੰ ਵੇਖ ਕੇ ਸ਼ਰਾਪ ਹੀ ਦੇ ਦਿੱਤਾ। ਕਹਿਣ ਲੱਗੇ ਮੇਰੀ ਘਰ ਵਾਲੀ ਨਾਲੋਂ ਵਿਛੋੜਾ ਪੈ ਗਿਆ, ਤੁਸੀਂ ਦੋਨੇ ਜਾਣੇ ਇਕੱਠੇ ਬੈਠ ਕੇ ਕਲੋਲਾਂ ਕਰਦੇ ਹੋ, ਅੱਜ ਤੋਂ ਬਾਅਦ ਤੁਹਾਡਾ ਵੀ ਵਿਛੋੜਾ ਰਾਤ ਨੂੰ ਪੈ ਜਾਇਆ ਕਰੇਗਾ। ਇਸ ਤਰ੍ਹਾਂ ਪੰਛੀਆਂ ਨੂੰ ਵੀ ਸ਼ਰਾਪ ਦਿੰਦੇ ਪਏ। ਐਸੇ ਦੁੱਖ ਦੇ ਵਿੱਚ ਗੁਲਤਾਨ ਹੋਏ। ਸੋ ਕਹਿਣ ਲੱਗੇ ਭਾਈ ਇਸ ਤਰ੍ਹਾਂ ਨਾਨਕ ਦੁਖੀਆ ਸਭ ਸੰਸਾਰ, ਸਾਰੀ ਦੁਨੀਆ ਹੀ ਦੁਖੀ ਹੈ। ਬਾਕੀ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਨੂੰ ਫਿਰ ਸਰਵਣ ਕਰਾਂਗੇ। ਸ਼ਬਦ ਵੱਡਾ ਹੈ, ਸਮਾਂ ਸੀਮਤ ਹੈ। ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ ਸਾਹਿਬ ਸਿਓ ਮੇਲ। ਰੋਏ ਰਾਮ ਨਿਕਾਲਾ ਪਿਆ। ਸੀਤਾ ਲక్ష్మణ ਵਿਛੜ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।